मेरिया गल्लां मेरे गीत, मेरिया गल्लां मेरे गीत, ए मेरिया गल्लां ए मेरे गीत, सब तो सोने सब तो उत्तम ए मेरे मीत, मेरिया गल्लां मेरे गीत, ए मेरिया गल्लां हो मेरे गीत। प्रोग्राम मेरिया गल्लां मेरे गीत वेख रहे सब मसीह भैन भरावां नूं जगत दा चानण मसीह टीवी ਵੱਲੋਂ ਪਿਆਰ ਭਰਿਆ ਸਲਾਮ। ਜੇਕਰ ਤੁਸੀਂ ਮਸੀਹ ਗਾਇਕੀ ਨੂੰ ਅਤੇ ਮਸੀਹ ਫਨਕਾਰਾਂ ਨੂੰ ਪਿਆਰ ਕਰਦੇ ਹੋ ਅਤੇ ਹੋ ਵਧੀਆ ਸੰਗੀਤ ਸੁਣਨ ਦੇ ਸ਼ੌਕੀਨ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਲੱਗਦੇ ਇਸ ਘੰਟੀ ਦੇ ਬਟਨ ਨੂੰ ਵੀ ਦਬਾ ਦੇਣਾ ਤਾਂ ਕਿ ਸਾਡੀ ਹਰ ਵੀਡੀਓ ਦੀ ਖਬਰ ਤੁਹਾਡੇ ਤੱਕ ਪਹੁੰਚ ਸਕੇ। ਖੁਦਾ ਤੁਹਾਨੂੰ ਬੜੀ ਬਰਕਤ ਦੇਵੇ। ਆਮੀਨ। ਗॉड ਬlesਸ ਯੂ। ਮੇਰਾ ਫੋਨ ਵੀ ਤਕਰੀਬਨ ਬੰਦ ਹੀ ਰਹਿੰਦਾ ਜੀ। ਵੱਡਾ ਕਾਰਨ ਇਹ ਹੈ, ਔਰ ਉਸ ਤੋਂ ਵੀ ਵੱਡਾ ਕਾਰਨ ਇਹ ਕਿ ਮੈਂ ਥੋੜਾ ਜਿਹਾ ਲੋਕਾਂ ਨੂੰ ਅਹਿਸਾਸ ਵੀ ਕਰਾਉਣਾ। ਪੰਜਾਬ 'ਚ ਕਿਤੇ ਵੀ ਛੋਟੀ ਜਿਹੀ ਗੱਲ ਹੁੰਦੀ ਸੀ ਜੀ, ਜਿੱਥੇ ਬਾਕੀ ਮਸੀਹ ਜਥੇਬੰਦੀਆਂ ਜਾਂ ਬਾਕੀ ਸਾਡੇ ਯੂਥ ਦੇ ਲੀਡਰ ਮਸੀਹ ਲੀਡਰ ਪਹੁੰਚਦੇ ਸੀਗੇ ਤੇ ਮੈਂ ਪਹਿਲ ਦੇ ਆਧਾਰ ਤੇ ਉਸ ਜਗ੍ਹਾ ਤੇ ਜ਼ਰੂਰ ਪਹੁੰਚ। ਕੁਝ ਪਿੰਡ ਉਹ ਸੀਗੇ ਜਿਨ੍ਹਾਂ ਦੀ ਮੌਤ ਤੱਕ ਮੈਂ ਚਲ ਗਿਆ, ਲੜਾਉਣ ਤੱਕ ਚਲ ਗਿਆ, ਮਤਲਬ ਜਿੱਥੇ ਕਿ ਇਹ ਮਾਹੌਲ ਬਣ ਜਾਂਦਾ ਸੀ ਕਿ ਅੱਜ ਜਾਂ ਅਸੀਂ ਨਹੀਂ ਤੇ ਜਾਂ ਵਿਰੋਧੀ ਪਾਰਟੀ ਨਹੀਂ ਜੀ। ਉੱਥੇ ਜਾ ਕੇ ਮੈਂ ਮਸਲੇ ਹੱਲ ਕਰਵਾਏ। ਮੈਂ ਉਦਾਹਰਨ ਦੇ ਦੇਣਾ, ਉਹ ਪਿੰਡ ਤੋਂ ਤੁਸੀਂ ਕਨਫਰਮ ਵੀ ਕਰ ਲਿਓ ਤੇ ਲਾਂਤਾ ਪਾਉਣ ਜੀ ਕਰੇਗਾ ਤੁਹਾਨੂੰ। 4 ਤੋਂ 6 ਮਹੀਨੇ ਦਾ ਟਾਈਮ ਪ੍ਰਸ਼ਾਸਨ ਨੂੰ ਮੈਂ ਨਹੀਂ ਦਿੱਤਾ, ਜਿਹਦੇ 'ਚ ਮੈਂ 3 ਧਰਨੇ ਲਾਏ ਜੀ, ਬਿਨਾਂ ਕਿਸੇ ਦੀ। ਇਹ ਸਾਰਿਆਂ ਨੂੰ ਪਤਾ ਕਿ ਮੈਂ ਆਉਣ ਜਾਣ ਦੇ ਲਈ ਨਾ ਤੇ ਕਿਸੇ ਕੋਲ ਤੇਲ ਲੈਣਾ ਗੱਡੀ ਦਾ ਤੇ ਨਾ ਮੈਂ ਇਕੱਠ ਕਰ ਲਈ, ਜਾਂ ਮੇਰੇ ਕੋਲ ਕੋਈ ਆ ਜਾਏ ਕੋਈ ਫਾਈਲ ਦਾ ਖਰਚਾ ਕੋਈ ਕਾਗਜ਼ੀ ਪੱਤਰੀ ਖਰਚਾ, ਮੈਂ ਕਿਸੇ ਤੇ ਬੋਝ ਨਹੀਂ ਪਾਉਂਦਾ। ਮੈਂ ਆਪ ਹੀ ਕਰਵਾ ਕੇ ਬੰਦੇ ਦਾ ਕੱਢ ਦੇ ਨਾਮ ਲੈ ਲੈਣਾ। ਕੋਟਲਾ ਨਵਾਬ ਆ ਜੀ, ਉੱਥੇ ਸਰਮਾਏਦਾਰਾਂ ਨਾਲ ਸਾਡੀ ਕੌਮ ਦਾ ਪੰਗਾ ਪੈਂਦਾ ਰਿਹਾ, ਔਰ ਉਹ ਵੀ ਇਸ ਗੱਲ ਦੇ ਗਵਾਹ ਨੇ ਕਿ ਮਨੇਰੇ 7 ਵਜੇ ਮੇਰੇ ਘਰ ਆ ਗਏ ਜੀ, ਔਰ 70 ਲਗਭਗ ਜੀ ਹੋਣਗੇ, ਜਿਹਦੇ ਚ ਬਜ਼ੁਰਗ ਜਨਾਨੀਆਂ ਕੁਝ ਜਵਾਨ ਭੈਣਾਂ, ਇਹ ਸਾਰਿਆਂ ਨੂੰ ਦੂਸਰੀ ਪਾਰਟੀ ਜਿਹੜੀ ਸਰਮਾਏਦਾਰ ਉੱਥੋਂ ਦੇ ਵਿਰੋਧੀ ਧਿਰ ਸੀਗੇ ਉਹਨਾਂ ਨੇ ਕੁੱਟਿਆ ਸੀ ਸ਼ਰੇਆਮ ਜੀ, ਸ਼ਰੇਆਮ ਕੁੱਟ ਕੇ ਪੁਲਿਸ ਉਲਟੇ ਪਰਚੇ ਦਰਜ ਕਰਾ ਰਹੀ ਸੀ, ਲੱਤ ਲਾਈ, ਔਰ ਉਹਨਾਂ ਨਾਲ ਪੰਗਾ ਲੈਣਾ ਸ਼ਰੇਆਮ। ਕਹਿ ਸਕਦੇ ਜੇ ਕਿ ਕੋਈ ਦਮ ਵਾਲਾ ਬੰਦਾ ਲੈ ਸਕਦਾ, ਕੋਈ ਮਾੜੇ ਮੋਟੇ ਬੰਦੇ ਨਹੀਂ ਸੀ ਜੀ, ਜਿਨ੍ਹਾਂ ਦੇ ਨਾਲ ਮੈਂ ਅੜਿਕਾ। ਅੱਜ ਤੱਕ ਜਿੰਨੇ ਕੁ ਕੰਮ ਕੀਤੇ ਨੇ ਤਗੜਿਆਂ ਨਾਲ ਹੀ ਪੰਗਾ, ਔਰ ਇਹ ਰੱਬ ਦੀ ਕਿਰਪਾ ਕਿ ਰੱਬ ਜਿੱਤ ਬਖਸ਼ਦਾ, ਲੋਕ ਵੀ ਇੱਜ਼ਤਮਾਨ ਕਰਦੇ ਨੇ ਜੀ। ਉਹ ਉਲਟਾ ਪਰਚਾ ਦਰਜ ਕਰਾਇਆ, ਉਹਨਾਂ ਦਾ ਰਾਜੀਨਾਮਾ ਕਰਾਇਆ। ਉਸ ਪਿੰਡ ਦੇ ਵਿੱਚੋਂ ਜੇ 70 ਜੀ ਉਸ ਦਿਨ ਮੇਰੇ ਘਰ ਆਏ ਸੀਗੇ ਜੀ, ਹਰ ਪਰਿਵਾਰ ਚੋਂ 1 ਜੀ ਸੀ ਜੀ, ਤੇ ਲਗਭਗ ਵੋਟ ਜਿਹੜੀ ਉੱਥੇ ਬਹੁਤੀ ਨਹੀਂ ਤੇ 2 ਵੋਟਾਂ ਇੱਕ ਘਰ ਦੀਆਂ ਲੈ ਕੇ ਚੱਲੋ 150 ਦੇ ਕਰੀਬ ਨੂੰ ਵੋਟ ਚਾਹੀਦੀ ਸੀ ਜੀ, ਔਰ ਉੱਥੋਂ 30 ਤੋਂ 35 ਵੋਟਾਂ ਲਈ। ਜੇ ਤੁਸੀਂ ਜਿਹੜਾ ਗੁਰਦਾਸਪੁਰ ਚੋਂ ਮੈਨੂੰ ਜਿਤਾ ਕੇ ਭੇਜਿਆ ਹੁੰਦਾ ਜੀ, ਤੇ ਅੱਜ ਹੋ ਸਕਦਾ ਜਿਹੜੀਆਂ ਹੁਣੇ ਕਿਤੇ ਧੱਕੇ ਨਾਲ ਕਹਿਣ ਦੇ ਦੀ ਆਹ ਬੋਲੋ ਜੇ ਬੋਲੋ, ਮਤਲਬ ਮੁਸਲਮਾਨ ਭਾਈਚਾਰੇ ਤੇ ਸਾਡੇ ਕ੍ਰਿਸਚਨ ਭਾਈਚਾਰੇ ਦੇ ਸਿੱਧੇ ਅਟੈਕ ਹੋ ਰਹੇ ਨੇ। ਜੇ ਕਿਤੇ ਮੈਨੂੰ ਪਾਵਰ ਦੇ ਕੇ ਉੱਥੇ ਭੇਜ ਦੇ ਤੇ ਮੈਂ ਡਟ ਕੇ ਬੋਲਣ ਵਾਲਾ ਤਾਂ ਹੁੰਦਾ ਵੀ ਤੁਹਾਡਾ ਇਹ ਪ੍ਰਚਾਰ ਗਲਤ ਆ। खुदा यसू मसीह दे अजीम जलाली मुकद्दस बाबरकत नाम च तुहानू सारिਆਂ ਨੂੰ ਮੇਰਾ ਸਲਾਮ। प्रोग्राम मेरिया गल्लां मेरे गीत ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ, ਬਹੁਤ ਜੀ ਆਇਆਂ। ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਦੇ ਮੁਖਾਤਬ ਮੈਂ ਤੁਹਾਡਾ ਆਪਣਾ ਸ਼ਮੀ ਹੰਸ। ਇੱਕ ਸ਼ਾਇਰ ਨੇ ਲਿਖਿਆ, ਸੁਣਿਓ ਵੇ ਕਲਮਾਂ ਵਾਲਿਓ, ਸੁਣਿਓ ਵੇ ਹੁਨਰਾਂ ਵਾਲਿਓ, है अख चुभी अमन दी आयो वे फूका मारियो, एक दोस्ती दे जख्म ते सांझां दा लोगड़ बन के दुधां दा छट्टा मारियो, सुनियो वे कलमां वालियो, सुनियो वे हुनरां वालियो। एक शायर ने लिखिया है कि जदों किसी कौम ते भीड़ पैंदी है, दर्द आउंदा है, ते उसी कौम दे विचों ओहदे कोई योद्धे ऐसे उठदे ने जिहड़े योद्धे उस कौम दा दर्द समझदे ने, ओहदियां भावनावां ओहदियां कीमतां नूं समझदे ने, ते उस उन्हां कदरां कीमतां नूं लैके ओह योद्धे अपनी कौम दे लई काम करदे। उस तरह दा एक योद्धा ਜਿਹੜਾ ਕਿਸੇ ਜਾਣ ਪਛਾਣ ਦਾ ਮੁਤਾਜ਼ ਨਹੀਂ ਹੈ, ਜਿਹਨੂੰ ਤੁਸੀਂ ਸਾਰੇ ਜਾਣਦੇ ਹੋ, ਉਹ ਭਾਵੇਂ ਪੰਜਾਬ ਹੋਵੇ, ਭਾਵੇਂ ਪੰਜਾਬ ਤੋਂ ਬਾਹਰ ਹੋਵੇ, ਭਾਵੇਂ ਇੰਡੀਆ ਤੋਂ ਬਾਹਰ ਹੋਵੇ। ਕੁਝ ਲੋਕ ਜਿਹੜੇ ਉਹਦੇ ਕੰਮ ਤੋਂ, ਉਹਦੀ ਤਰਬੀਅਤ ਤੋਂ, ਉਹਦੇ ਸੁਭਾਅ ਤੋਂ, ਉਹਦੀ ਸ਼ਖਸੀਅਤ ਤੋਂ ਚੰਗੀ ਤਰ੍ਹਾਂ ਪ੍ਰਭਾਵਿਤ ਨੇ, ਉਹ ਚੰਗੀ ਤਰ੍ਹਾਂ ਜਾਣ। ਪੰਜਾਬ ਦੀ ਉਹ ਸ਼ਖਸੀਅਤ ਜਿਹਨੇ ਛੋਟੀ ਉਮਰ 'ਚ ਵੱਡੀਆਂ ਮੱਲਾਂ ਮਾਰੀਆਂ,
ਛੋਟੀ ਉਮਰ 'ਚ ਵੱਡੀਆਂ ਮੱਲਾਂ ਬੂੰਦਾਂ ਤੋਂ ਬਣ ਗਈਆਂ ਛੱਲਾਂ। ਉਮਰ ਛੋਟੀ ਦੇ ਵਿੱਚ ਵੱਡੀਆਂ ਪਲਾਂਘਾਂ ਪੁੱਟਣ ਵਾਲਾ ਉਹ ਪੰਜਾਬੀਆਂ ਦਾ ਯੋਧਾ, ਉਹ ਮਸੀਹਾਂ ਦਾ ਯੋਧਾ ਜਿਹਨੇ ਛੋਟੀ ਉਮਰ 'ਚ ਛੋਟੇ ਕੱਦ ਦੇ ਨਾਲ ਵੱਡੇ ਵੱਡੇ ਲੋਕਾਂ ਨੂੰ ਹਿਲਾ ਕੇ ਰੱਖਿਆ। ਉਹ ਭਾਵੇਂ ਕਿਸੇ ਵੀ ਤਰ੍ਹਾਂ ਦੀ ਕੌਮ ਤੇ ਮੁਸੀਬਤ ਬਣੀ ਹੈ, ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਕੌਮ ਤੇ ਬਣੀ ਹੈ, ਹਮੇਸ਼ਾ ਚਟਾਨ ਦੇ ਵਾਂਗ ਕੌਮ ਦੇ ਨਾਲ ਖੜਾ ਰਿਹਾ। ਅੱਜ ਸਾਡੇ ਵਿੱਚ ਸਾਡੇ ਨਾਲ ਮਸੀਹ ਕੌਮ ਦੇ ਉਹ ਮਸੀਹ ਯੋਧੇ ਜਿਨ੍ਹਾਂ ਨੇ ਮਸੀਹ ਦੇ ਔਰ ਮਸੀਹਤ ਦੇ ਲੋਕਾਂ ਦੇ ਨਾਵਾਂ ਨੂੰ ਰੋਸ਼ਨ ਕੀਤਾ ਹੈ, ਪੀਟਰ ਮਸੀਹ ਜੀ ਦਾ ਸਾਡੇ ਵਿੱਚ ਮੌਜੂਦ ਨੇ। ਪੀਟਰ ਸਾਹਿਬ, ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੀ ਆਇਆਂ। ਧੰਨਵਾਦ ਸਮੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਇਸ ਪ੍ਰੋਗਰਾਮ 'ਚ ਬੁਲਾਉਣ ਦੇ ਲਈ। ਥੈਂਕ ਯੂ। ਐਮਪੀ ਦੀ ਇਲੈਕਸ਼ਨ ਤੋਂ ਬਾਅਦ ਤੁਹਾਡੀ ਚੁੱਪ ਦੇ ਕੀ ਕਾਰਨ ਹਨ? ਤੁਸੀਂ ਕਈ ਦਿਨਾਂ ਤੋਂ ਐਮਪੀ ਦੀ ਇਲੈਕਸ਼ਨ ਤੋਂ ਬਾਅਦ ਕੋਈ ਇੰਨਾ ਜ਼ਿਆਦਾ ਤੁਹਾਡੇ ਰੁਝੇਵੇਂ ਜਿਹੜੇ ਉਹ ਨਜ਼ਰ ਨਹੀਂ ਆ ਰਹੇ। ਇਹ ਤੁਹਾਡੀ ਚੁੱਪ ਦੇ ਕੀ ਕਾਰਨ ਹਨ? ਕੀ ਲੋਕਾਂ ਨੂੰ ਲੋਕ ਪੁੱਛ ਰਹੇ ਨੇ ਕਿ ਪੀਟਰ ਚੀਦਾ ਅੱਜ ਕੱਲ੍ਹ ਕਿੱਥੇ ਨੇ? ਪੀਟਰ ਚੀਦਾ ਅੱਜ ਕੱਲ੍ਹ ਲੋਕਾਂ ਦੀਆਂ ਐਕਟੀਵਿਟੀਜ਼ ਗਤੀਵਿਧੀਆਂ ਦੇ ਵਿੱਚ ਨਜ਼ਰ ਨਹੀਂ ਆ ਰਹੇ, ਉਹ ਕਿੱਥੇ ਹਨ? ਤੁਸੀਂ ਕੀ ਕਹਿਣਾ ਚਾਹੋਗੇ? ਸ਼ਮੀ ਜੀ, ਬੜਾ ਵਧੀਆ ਤੁਸੀਂ ਸਵਾਲ ਕੀਤਾ ਹੈ ਜੀ। ਜਿਹੜਾ ਮੈਂ ਇਸ ਵੇਲੇ ਸਾਇਲੈਂਟ ਆ, ਇਹਦੇ ਪਿੱਛੇ ਦੋ ਕਾਰਨ ਨੇ ਜੀ। ਔਰ ਇੱਕ ਕਾਰਨ ਆ ਥੋੜਾ ਮੇਰਾ ਬਿਜ਼ਨਸ ਲੈਵਲ ਦਾ ਜੀ। ਕਿਉਂਕਿ ਲਗਭਗ ਮੈਂ ਪਿਛਲੇ 6 ਮਹੀਨੇ ਤੋਂ ਆਪਣੇ ਕਾਰੋਬਾਰ ਤੋਂ ਪਰੇ ਸੀਗਾ। ਜੀ। 3-4 ਮਹੀਨੇ ਮੈਂ ਟਿਕਟ ਲਈ ਦੌੜ ਲਾਈ ਆ। ਜੀ। ਜਦੋਂ ਟਿਕਟ ਮਿਲ ਗਈ ਫਿਰ 2-3 ਮਹੀਨੇ ਹੋਰ ਜ਼ਿਆਦਾ ਬਿਜ਼ੀ ਹੋ ਗਏ ਤੇ ਮੇਰੇ ਲੰਘੇ ਔਰ ਮੇਰਾ ਬਿਜ਼ਨਸ ਜਿਹੜਾ ਬੜਾ ਡਾਵਾਂਡੋਲ ਹੈ। ਔਰ ਆਪਾਂ ਸਾਰੇ ਹੀ ਜਿਹੜੇ ਆ ਮਿਡਲ ਕਲਾਸ ਫੈਮਿਲੀ ਨੂੰ ਬਿਲੋਂਗ ਕਰਦੇ ਆ, ਆਪਣੇ ਸਿਰ ਤੇ ਹੀ ਆਪਣਾ ਖਾਣਾ ਤੇ ਆਪਣਾ ਕਮਾਣਾ। ਜੀ। ਥੋੜਾ ਜਿਹਾ 2-3 ਮਹੀਨੇ ਦਾ ਬ੍ਰੇਕ ਇਸ ਕਰਕੇ ਲਿਆ ਕਿ ਮੈਂ ਆਪਣੇ ਕਾਰੋਬਾਰ ਨੂੰ ਥੋੜਾ ਸੈਟਲ ਕਰਨਾ ਤੇ ਆਪਣੇ ਬ੍ਰਦਰ ਨੂੰ, ਆਪਣੇ ਪਰਿਵਾਰ ਚੋਂ ਕਿਸੇ ਨੂੰ ਸੈਟਅਪ ਕਰਦੇ ਆ ਕਿ ਕੰਮ ਜਿਹੜਾ ਚੱਲਦਾ ਜਾਏ, ਕਿਉਂਕਿ ਬਿਲਕੁਲ ਹੀ ਕੰਮ ਜਿਹੜਾ ਮੱਠਾ ਹੋ ਗਿਆ ਸੀ। ਔਰ ਉਹ ਗੱਲ ਦੀ ਮੈਂ ਕਈ ਲੋਕਾਂ ਕੋਲ ਮਾਫੀ ਵੀ ਮੰਗੀ ਆ, ਕਿਉਂਕਿ ਮੇਰਾ ਫੋਨ ਵੀ ਤਕਰੀਬਨ ਬੰਦ ਹੀ ਰਹਿੰਦਾ। ਜੀ। ਵੱਡਾ ਕਾਰਨ ਇਹ ਹੈ। ਔਰ ਉਸ ਤੋਂ ਵੀ ਵੱਡਾ ਕਾਰਨ ਇਹ ਕਿ ਮੈਂ ਥੋੜਾ ਜਿਹਾ ਲੋਕਾਂ ਨੂੰ ਅਹਿਸਾਸ ਵੀ ਕਰਾਉਣਾ ਚਾਹੁੰਦਾ। ਜੀ। ਜਿਹੜੀ ਸਪਸ਼ਟ ਜੀ ਮਨ ਦੀ ਗੱਲ ਆ ਕਿ ਅੱਜ ਤੋਂ ਜੇ ਪਹਿਲਾਂ ਪਿਛੋਕੜ ਲੈ ਕੇ ਚੱਲੋ, ਇਲੈਕਸ਼ਨ ਤੋਂ ਪਹਿਲਾਂ ਜਿਹੜਾ ਗੁਰਦਾਸਪੁਰ ਕੀ ਪੰਜਾਬ 'ਚ ਕਿਤੇ ਵੀ ਛੋਟੀ ਜੀ ਗੱਲ ਹੁੰਦੀ ਸੀ, ਜੀ, ਜਿੱਥੇ ਬਾਕੀ ਮਸੀਹ ਜਥੇਬੰਦੀਆਂ ਜਾਂ ਬਾਕੀ ਸਾਡੇ ਯੂਥ ਦੇ ਲੀਡਰ, ਮਸੀਹ ਲੀਡਰ ਪਹੁੰਚਦੇ ਸੀਗੇ ਤੇ ਮੈਂ ਪਹਿਲ ਦੇ ਆਧਾਰ ਤੇ ਉਸ ਜਗ੍ਹਾ ਤੇ ਜ਼ਰੂਰ ਪਹੁੰਚਦਾ ਸੀਗਾ। ਜੀ। ਚਾਹੇ ਉਹ ਪਿੰਡਾ ਜਿੰਨਾ ਮਰਜ਼ੀ ਹੋਵੇ। ਹੁਣ ਮੈਂ ਥੋੜਾ ਜਿਹਾ ਅਹਿਸਾਸ ਵੀ ਕਰਵਾਉਣਾ ਚਾਹੁੰਦਾ ਕਿ ਜੇ ਤੁਸੀਂ ਸਾਨੂੰ ਪਾਵਰ ਹੀ ਨਹੀਂ ਦਿੰਦੇ, ਜਦੋਂ ਤੇ ਕੋਈ ਸਾਡੇ ਤੇ ਭੀੜ ਬਣ ਜਾਂਦੀ ਹੈ, ਲੋਕ ਫੋਨ ਕਰਨਗੇ, ਵੇਖੋ ਜੀ ਇਦਾਂ ਹੋ ਗਿਆ, ਉਦਾਂ ਹੋ ਗਿਆ, ਤੇ ਤੁਸੀਂ ਮਦਦ ਨਹੀਂ ਕਰ ਰਹੇ, ਲੋਕ ਸਾਡੇ ਤੇ ਕਾਂਗਰਸੀ ਧੱਕਾ ਕਰ ਰਹੇ ਨੇ, ਅਕਾਲੀ ਦਲ ਧੱਕਾ ਕਰ ਰਹੀ ਹੈ, ਤੇ ਧੱਕੇ ਰੋਕਣ ਦੇ ਲਈ ਜੇ ਅਸੀਂ ਪਾਵਰ ਮੰਗਦੇ ਹਾਂ ਤਾਂ ਸਾਨੂੰ ਦੇ ਕੇ ਰਾਜੀ। ਜੀ। ਤੁਸੀਂ ਜਾਣਦੇ ਹੋ ਰਿਜ਼ਲਟ ਜਿਹੜੇ ਬੜੇ ਨਿਰਾਸ਼ਾਜਨਕ ਰਹੇ ਨੇ। ਜੀ। ਪਰ ਮੈਂ ਕਹਿੰਦਾ ਕਿ ਜਿਹੜਾ 28,000 ਲੋਕ ਨੇ ਉਹ ਵੀ ਬੜੇ ਮੇਰੇ ਲਈ ਆਦਰ ਦੇ ਯੋਗ ਨੇ, ਕਿਉਂਕਿ ਬੜੀ ਵੱਡੀ ਗੱਲ ਆ। ਜੇ ਦੂਸਰੇ ਪਾਸੇ ਲੈ ਕੇ ਚੱਲੀਏ ਤੇ ਲੋਕਾਂ ਨੇ ਜਿਹੜੇ ਨਾਲ ਤੁਰ ਪਏ ਸੀ, ਹਰ ਚੀਜ਼ ਉਹਨਾਂ ਨੇ ਭੁੱਲ ਕੇ ਮੇਰਾ ਸਾਥ ਦਿੱਤਾ ਵਾ। ਮੈਨੂੰ ਗੁੱਸਾ ਇਸ ਗੱਲ ਦਾ, ਮੈਨੂੰ ਵੋਟ ਘੱਟ ਨਿਕਲਣ ਦਾ ਨਹੀਂ ਆ, ਮੈਂ ਉਹ ਪਿੰਡਾਂ ਦੇ ਨਾਮ ਹੀ ਜ਼ਰੂਰ ਲਵਾਂਗਾ। ਜੀ। ਇੱਕ ਅੱਧੇ ਜਿਹੜੇ ਖਾਸ ਪਿੰਡ ਨੇ, ਕੁਝ ਪਿੰਡ ਉਹ ਸੀਗੇ ਜਿਨ੍ਹਾਂ ਲਈ ਮੌਤ ਤੱਕ ਮੈਂ ਚਲ ਗਿਆ, ਲੜਾਉਣ ਤੱਕ ਚਲ ਗਿਆ, ਮਤਲਬ ਜਿੱਥੇ ਕਿ ਇਹ ਮਾਹੌਲ ਬਣ ਜਾਂਦਾ ਸੀ ਕਿ ਅੱਜ ਜਾਂ ਅਸੀਂ ਨਹੀਂ ਤੇ ਜਾਂ ਵਿਰੋਧੀ ਪਾਰਟੀ ਨਹੀਂ। ਜੀ। ਉੱਥੇ ਜਾ ਕੇ ਮੈਂ ਮਸਲੇ ਹੱਲ ਕਰਵਾਏ। ਮੈਂ ਉਦਾਹਰਨ ਦੇ ਦੇਣਾ, ਪਿੰਡ ਚੋਂ ਤੁਸੀਂ ਕਨਫਰਮ ਵੀ ਕਰ ਲਿਓ ਤੇ ਲਾਂਤਾ ਪਾਉਣ ਜੀ ਕਰੇਗਾ ਤੁਹਾਨੂੰ ਉਹਨਾਂ ਨੂੰ। ਜੀ। ਇੱਕ ਤਲਵੰਡੀ ਝੁੰਗਲਾ ਦਾ ਮਸਲਾ ਸੀਗਾ ਸਰ, ਤੁਹਾਡੀ ਨੌਲੇਜ ਚ? ਜੀ, ਨੌਲੇਜ ਚ ਮੇਰੀ ਚ। ਜੰਜ ਘਰ ਦੀ ਜਗ੍ਹਾ ਸੀਗਾ, ਉੱਥੇ ਚਰਚ ਲੱਗਦਾ ਸੀਗਾ, ਔਰ ਉਹ ਲਗਭਗ 1.5 ਸਾਲ ਮਸਲਾ ਅੜਿਆ ਰਿਹਾ। ਜੀ। ਔਰ 4 ਤੋਂ 6 ਮਹੀਨੇ ਦਾ ਟਾਈਮ ਪ੍ਰਸ਼ਾਸਨ ਨੂੰ ਮੈਂ ਵੀ ਦਿੱਤਾ, ਜਿਹਦੇ ਚ ਮੈਂ 3 ਧਰਨੇ ਲਾਏ। ਜੀ। ਬਿਨਾਂ ਕਿਸੇ ਦੀ, ਇਹ ਸਾਰਿਆਂ ਨੂੰ ਪਤਾ ਕਿ ਮੈਂ ਆਉਣ ਜਾਣ ਦੇ ਲਈ ਨਾ ਤੇ ਕਿਸੇ ਕੋਲ ਤੇਲ ਲੈਣਾ ਗੱਡੀ ਦਾ, ਤੇ ਨਾ ਮੈਂ ਇਕੱਠ ਕਰ ਲਈ, ਜਾਂ ਮੇਰੇ ਕੋਲ ਕੋਈ ਆ ਜਾਏ, ਕੋਈ ਫਾਈਲ ਦਾ ਖਰਚਾ, ਕੋਈ ਕਾਗਜ਼ੀ ਪੱਤਰੀ ਖਰਚਾ, ਮੈਂ ਕਿਸੇ ਤੇ ਬੋਝ ਨਹੀਂ ਪਾਉਂਦਾ, ਮੈਂ ਆਪ ਹੀ ਕਰਵਾ ਕੇ ਬੰਦੇ ਦਾ ਕੰਮ ਕਰਵਾ ਦਿੰਦਾ। ਜੀ। ਉਹਦੇ ਚ ਮੈਂ 4 ਧਰਨੇ ਲਾਏ ਤੇ ਜਿਹੜਾ ਲਾਸਟ ਧਰਨਾ ਸੀਗਾ ਉਸ ਦਿਨ ਅਸੀਂ ਸਿਰ ਤੇ ਕਫਨ ਬਣ ਕੇ ਗਏ ਸੀ। ਜੀ। ਉਹ ਪਿੰਡ ਚੋਂ ਤੁਸੀਂ ਪੁੱਛ ਸਕਦੇ ਜੇ ਜਾ ਕੇ ਕਿ ਲਗਭਗ 7 ਤੋਂ 8 ਬੱਸਾਂ ਸੀਗੀਆਂ ਪੁਲਿਸ ਦੀਆਂ, ਪੂਰੀ ਛੋਣੀ ਬਣ ਗਿਆ ਸੀ ਤਲਵੰਡੀ ਝੁੰਗਲਾ। ਪਾਣੀ ਵਾਲੇ ਜਿਹੜੇ ਟੈਂਕਰ ਹੁੰਦੇ, ਜਿਹੜੇ ਫਾਇਰ ਬ੍ਰਿਗੇਡ ਤੇ ਜਿਹੜੇ ਹੁੰਦੇ ਨੇ, ਉਹ ਵੀ ਉੱਥੇ ਪਹੁੰਚ ਗਏ। ਔਰ ਉਹਨੇ ਪਿੰਡ ਦੀ ਜਨਸੰਖਿਆ ਨਹੀਂ ਸੀ ਜਿੰਨੀ ਪੁਲਿਸ ਸੀ। ਔਰ ਮੇਰੇ ਗੱਲ ਕਰਨ ਦੇ ਤਰੀਕੇ ਤੋਂ ਤੁਸੀਂ ਵੀ ਵਾਕਫ ਜੇ ਤੇ ਆਮ ਲੋਕ ਵੀ ਸਾਰੇ ਵਾਕਫ ਨੇ ਕਿ ਮੈਂ ਸ਼ਰੇਆਮ ਪ੍ਰਸ਼ਾਸਨ ਨਾਲ ਚੈਲੰਜ ਕਰ ਰਿਹਾ ਸੀ। ਜੀ। ਵੀ ਅੱਜ ਜਾਂ ਸਾਨੂੰ ਮਾਰ ਦਿਓ,
ਸਾਨੂੰ ਜੇਲ੍ਹ 'ਚ ਦੇ ਦਿਓ, ਸਾਨੂੰ ਸੁੱਟ ਦਿਓ, ਅੱਜ ਜਗ੍ਹਾ ਲਏ ਤੋਂ ਬਿਨਾਂ ਨਹੀਂ ਉੱਠਣਾ। ਪਿੰਡ ਦੇ ਨਾਲ ਪੂਰਾ ਡਟ ਕੇ ਮੈਂ ਤੁਰਿਆ ਵੀ ਅੱਜ ਜੋ ਮਰਜ਼ੀ ਹੋ ਜੇ, ਅੱਜ ਇਹ ਜਗ੍ਹਾ ਲੈਣੀ ਆ ਤੇ ਲੈਣੀ ਆ। ਅੱਜ ਤੁਹਾਡੀ ਗੱਲ ਨਹੀਂ ਮੰਨੀ, 6 ਮਹੀਨੇ ਤੁਹਾਡੇ ਕਰਕੇ ਮੰਨਦੇ ਰਹੇ। ਔਰ ਉਹ ਆਰ ਪਾਰ ਦੀ ਲੜਾਈ ਦਾ ਰਿਜ਼ਲਟ ਇਹ ਦਿੱਤਾ, ਸਾਨੂੰ ਬੇਸ਼ੱਕ ਉਹ ਜੱਜ ਘਰ ਦੀ ਜਗ੍ਹਾ ਤਾਂ ਨਹੀਂ ਮਿਲੀ, ਪਰ ਉੱਥੇ ਇੱਕ ਜਿਨ੍ਹਾਂ ਨੇ ਜੱਜ ਘਰ ਨੂੰ ਮਿਲਿਆ ਸੀ ਉਹਨਾਂ ਦੀ ਜੱਦੀ ਜਗ੍ਹਾ ਸੀ, ਕੋਈ ਕਹਿ ਸਕਦੇ ਜੀ ਕਿ ਉਹਨਾਂ ਦੇ ਪਿਓ ਦਾਦਿਆਂ ਦੀ ਜਗ੍ਹਾ ਸੀ। ਜਦੋਂ ਪ੍ਰਸ਼ਾਸਨ ਆ ਗਿਆ ਤੇ ਸਾਡੇ ਲੋਕਾਂ ਨੇ ਕਿਹਾ ਕਿ ਸਾਨੂੰ ਉਹੀ ਜਗ੍ਹਾ ਮਿਲ ਜੇ ਤੇ ਤਦ ਵੀ ਸਾਡੀ ਇੱਜ਼ਤ ਰਹਿ ਜਾਂਦੀ ਹੈ। ਔਨ ਦਾ ਸਪੋਰਟ ਉਹ ਜਗ੍ਹਾ ਦਵਾਈ, ਉਸੇ ਵੇਲੇ ਜਗ੍ਹਾ ਦਵਾ ਕੇ ਘਰ ਆ ਗਏ ਆ। ਪਿੰਡ ਵਾਲਿਆਂ ਨੇ ਕਿਤੇ ਜਾ ਕੇ ਪੁੱਛ ਲਓ ਵੀ ਕਦੀ ਇੱਕ ਚਵਾਨੀ ਦਾ ਵੀ ਉਹਨਾਂ ਨੇ ਮੈਨੂੰ ਖਰਚਾ ਦੇ ਕੇ ਗਏ ਹੁਣ ਜਾਂ ਮੈਂ ਕਦੀ ਕਿਹਾ ਹੋਵੇ। ਸਿਰਫ ਇੱਕੋ ਗੱਲ ਕਹੀ ਸੀ ਕਿ ਯਾਰ ਸਮਾਂ ਆਉਣ ਤੇ ਮੇਰਾ ਸਾਥ ਜ਼ਰੂਰ ਦਿਓ। ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਝੁੰਗਲਾ ਤਲਵੰਡੀ ਝੁੰਗਲਾ ਜਿਹੜਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਹੀ ਪਿੰਡ ਪੈਂਦਾ ਹੈ, ਉੱਥੇ ਤੁਸੀਂ ਮੈਂ ਉਹ ਵੀ ਉਸ ਮਸਲੇ ਨੂੰ ਸਾਰੇ ਨੂੰ ਸਮਝਿਆ, ਪੜ੍ਹਿਆ, ਸੁਣਿਆ ਵੀ ਹੈ। ਜਿਵੇਂ ਤੁਸੀਂ ਕਿਹਾ ਕਿ ਝੁੰਗਲਾ ਦੀ ਤਲਵੰਡੀ 'ਚੋਂ ਮੈਨੂੰ ਬਹੁਤ ਘੱਟ ਵੋਟਾਂ ਪਈਆਂ, ਤੁਸੀਂ ਕਿਹਾ ਮੈਂ ਕੁਝ ਪਿੰਡਾਂ ਦੇ ਨਾਂ ਜਿਹੜੇ ਅਨਾਉਂਸ ਵੀ ਕਰਨਾ ਚਾਹੁੰਦਾ। ਦੂਸਰਾ ਕਿਹੜਾ ਐਸਾ ਪਿੰਡ ਹੈ ਜਿਹਦੇ ਤੋਂ ਤੁਸੀਂ ਬੜੇ ਨਿਰਾਸ਼ ਹੋ, ਬੜੇ ਨਾਰਾਜ਼, ਜਿੱਥੇ ਬੜੀ ਮਿਹਨਤ ਕੀਤੀ ਹੈ, ਜਿੱਥੇ ਬੜੀ ਮੁਸ਼ੱਕਤ ਕੀਤੀ ਹੈ, ਜਿੱਥੇ ਲੋਕਾਂ ਦੇ ਨਾਲ ਬੜਾ ਤੁਸੀਂ ਇੱਕ ਮੈਦਾਨ ਫਤਿਹ ਕਰਨ ਦੀ ਕੋਸ਼ਿਸ਼ ਕੀਤਾ ਹੈ, ਬੜੀ ਸਿੱਧਤ ਦੇ ਨਾਲ ਤੁਸੀਂ ਲੋਕਾਂ ਦੇ ਲਈ ਲੜੇ ਹੋ, ਮਸੀਹਤ ਲੋਕਾਂ ਦੇ ਨਾਲ ਤੁਸੀਂ ਖਲੋਤੇ ਹੋ, ਈਸਾਈ ਕੌਮ ਦੇ ਲਈ ਖਲੋਤੇ ਹੋ, ਆਪਣੇ ਭਰਾਵਾਂ ਦੇ ਲਈ, ਆਪਣੀ ਭੈਣਾਂ ਦੇ ਲਈ, ਤੁਸੀਂ ਬੱਚਿਆਂ ਦੇ ਲਈ ਖਲੋਤੇ ਹੋ। ਉਹਦਾ ਕਾਰਨ ਕੀ ਹੈ ਕਿ ਤੁਹਾਡੇ ਅੰਦਰ ਇੱਕ ਕੌਮ ਦਾ ਜਜ਼ਬਾ ਹੈ, ਤੁਹਾਡੇ ਅੰਦਰ ਇੱਕ ਕੌਮ ਦੇ ਪ੍ਰਤੀ ਅਣਖ ਹੈ। ਤੇ ਕੁਝ ਹੋਰ ਕਿਹੜੇ ਪਿੰਡ ਨੇ ਜਿਨ੍ਹਾਂ ਪਿੰਡਾਂ ਤੁਸੀਂ ਬੜੇ ਨਿਰਾਸ਼ ਹੋ ਕਿ ਮੈਨੂੰ ਇਹਨਾਂ ਪਿੰਡਾਂ ਤੋਂ ਬਹੁਤ ਘੱਟ ਵੋਟਾਂ ਪਈਆਂ? ਦੇਖੋ ਕੁਛ ਮੈਂ ਪਿੰਡ ਦੇ ਨਾਮ ਲੈ ਲੈਣੇ, ਕੋਟਲਾ ਨਵਾਬ ਆ ਜੀ, ਉੱਥੇ ਸਰਮਾਏਦਾਰਾਂ ਨਾਲ ਸਾਡੀ ਕੌਮ ਦਾ ਪੰਗਾ ਪੈਂਦਾ ਰਿਹਾ। ਔਰ ਉਹ ਵੀ ਇਸ ਗੱਲ ਦੇ ਗਵਾਹ ਨੇ ਕਿ ਮਨੇਰੇ 7 ਵਜੇ ਮੇਰੇ ਘਰ ਆ ਗਏ ਜੀ, ਔਰ 70 ਲਗਭਗ ਜੀ ਹੋਣਗੇ, ਜਿਹਦੇ ਚ ਬਜ਼ੁਰਗ ਜਨਾਨੀਆਂ, ਕੁਝ ਜਵਾਨ ਭੈਣਾਂ, ਇਹ ਸਾਰਿਆਂ ਨੂੰ ਦੂਸਰੀ ਪਾਰਟੀ ਜਿਹੜੀ ਸਰਮਾਏਦਾਰ ਉੱਥੋਂ ਦੇ ਵਿਰੋਧੀ ਧਿਰ ਸੀਗੇ ਉਹਨਾਂ ਨੇ ਕੁੱਟਿਆ ਸੀ ਸ਼ਰੇਆਮ ਜੀ, ਸ਼ਰੇਆਮ ਕੁੱਟ ਕੇ ਪੁਲਿਸ ਉਲਟੇ ਪਰਚੇ ਦਰਜ ਕਰਾ ਰਹੀ ਸੀ, ਲੱਤ ਲਾਈ। ਔਰ ਉਹਨਾਂ ਨਾਲ ਪੰਗਾ ਲੈਣਾ ਸ਼ਰੇਆਮ ਕਹਿ ਸਕਦੇ ਜੇ ਕਿ ਕੋਈ ਦਮ ਵਾਲਾ ਬੰਦਾ ਲੈ ਸਕਦਾ, ਕੋਈ ਮਾੜੇ ਮੋਟੇ ਬੰਦੇ ਨਹੀਂ ਸੀ ਜੀ, ਜਿਨ੍ਹਾਂ ਦੇ ਨਾਲ ਮੈਂ ਅੜਿਕਾ ਅੱਜ ਤੱਕ ਜਿੰਨੇ ਕੁ ਕੰਮ ਕੀਤੇ ਨੇ ਤਗੜਿਆਂ ਨਾਲ ਹੀ ਪੰਗਾ ਪਿਆ ਜੀ। ਔਰ ਇਹ ਰੱਬ ਦੀ ਕਿਰਪਾ ਕਿ ਰੱਬ ਜਿੱਤ ਬਖਸ਼ਦਾ, ਲੋਕ ਵੀ ਇੱਜ਼ਤਮਾਨ ਕਰਦੇ ਨੇ ਜੀ। ਉਹ ਉਲਟਾ ਪਰਚਾ ਦਰਜ ਕਰਾਇਆ, ਉਹਨਾਂ ਦਾ ਰਾਜੀਨਾਮਾ ਕਰਾਇਆ। ਉਸ ਪਿੰਡ ਦੇ ਵਿੱਚੋਂ ਜੇ 70 ਜੀ ਉਸ ਦਿਨ ਮੇਰੇ ਘਰ ਆਏ ਸੀਗੇ ਜੀ, ਹਰ ਪਰਿਵਾਰ ਚੋਂ ਇੱਕ ਜੀ ਸੀ ਜੀ, ਤੇ ਲਗਭਗ ਵੋਟ ਜਿਹੜੀ ਉੱਥੇ ਬਹੁਤੀ ਨਹੀਂ ਤੇ 2 ਵੋਟਾਂ ਇੱਕ ਘਰ ਦੀਆਂ ਲੈ ਕੇ ਚੱਲੋ 150 ਦੇ ਕਰੀਬ ਨੂੰ ਵੋਟ ਚਾਹੀਦੀ ਸੀ ਜੀ, ਔਰ ਉੱਥੋਂ 30 ਤੋਂ 35 ਵੋਟਾਂ ਲੱਗੀਆਂ। ਕੁਝ ਪਰਸਨਲ ਹੁਣ ਮੈਂ ਰੱਬ ਦੇ ਦਾਸ ਨੇ ਉਹਨਾਂ ਦੇ ਮਨਾ ਹੀ ਨਹੀਂ ਲੈਣਾ ਚਾਹੁੰਦਾ, ਮਾਫੀ ਚਾਹੁੰਦਾ ਉੱਥੇ ਆ ਕੇ, ਕਿਉਂਕਿ ਪਾਸਟਰ ਇੱਕ ਸ਼ਬਦ ਹੀ ਇਦਾਂ ਦਾ ਕਿ ਉੱਥੇ ਮੈਂ ਖਿਲਾਫਤ ਨਹੀਂ ਕਰਦਾ, ਪਰ ਉਹਨਾਂ ਨੇ ਮੇਰਾ ਦਿਲ ਤੋੜਿਆ ਕਿ ਜਦੋਂ ਤੁਸੀਂ ਰਾਤ 1-1 ਵਜੇ ਸੱਦੋ, 12 ਵਜੇ ਸੱਦੋ, ਅਸੀਂ ਉੜਦੇ ਜਾਈਏ, ਤੁਸੀਂ 1 ਮਿੰਟ ਚ ਕਹੋ ਇੱਥੇ ਆਹ ਕੰਮ ਹੋ ਗਿਆ, ਅਸੀਂ ਫਾਹ ਲਈਏ। ਤੇ ਵੋਟਾਂ ਵੇਲੇ ਇਹਨਾਂ ਦੇ ਸ਼ਬਦ ਕੀ ਸੀਗੇ, ਮੈਂ ਨਾਮ ਨਹੀਂ ਲੈਣੇ, ਬਟ ਸ਼ਬਦ ਪਤਾ ਕੀ, ਅਸੀਂ ਖੁੱਲ ਕੇ ਨਹੀਂ ਆ ਸਕਦੇ। ਵੇਖੋ ਇੱਕ ਲੀਡਰ ਮੈਂ ਵਾਂ, ਚਾਹੇ ਆਰਫ ਚੌਹਾਨ ਜੀ ਨੇ, ਚਾਹੇ ਆਪਣਾ ਵਿਲੀਅਮ ਜੱਟਾ ਜੀ ਨੇ, ਸੰਨੀ ਪਛੀਆਂ ਵਾਂ, ਪਛੀਆਂ ਦੀ ਟੀਮ ਆ ਪੂਰੀ, ਸਾਡੇ ਰੋਬਰਟ ਪ੍ਰਧਾਨ ਜੀ ਨੇ, ਲਾਰੈਂਸ ਚੌਧਰੀ ਜੀ ਆ, ਸਾਡੇ ਆਪਣਾ ਹੋਰ ਵੀ ਜਿੰਨੇ ਲੀਡਰ ਨੇ ਯੂਥ ਦੇ, ਜਦੋਂ ਇਹ ਸ਼ਰੇਆਮ ਮੈਦਾਨ 'ਚ ਆ ਜਾਂਦੇ ਨੇ ਤੁਹਾਡੇ ਲਈ ਮਰਨ ਮਰਾਉਣ ਲਈ, ਅਸੀਂ ਸ਼ਰੇਆਮ ਆ ਜਾਂਦੇ ਹਾਂ। ਅਸੀਂ ਤਾਂ ਕਹਿੰਦੇ ਨਹੀਂ ਕਿ ਅਸੀਂ ਸ਼ਰੇਆਮ ਨਹੀਂ ਆ ਸਕਦੇ, ਅਸੀਂ ਪਿੱਠ ਪਿੱਛੋਂ ਸਪੋਰਟ ਕਰ ਦਿੰਦੇ। ਤੁਸੀਂ ਸਾਡੇ ਕੋਲ ਸਪੋਰਟ ਸ਼ਰੇਆਮ ਮੰਗੋ, ਤੇ ਜਦੋਂ ਅਸੀਂ ਕਹੀਏ ਵੋਟਾਂ ਪਾਓ ਉਦੋਂ ਕਹੋ ਵੀ ਨਹੀਂ ਜੀ ਅਸੀਂ ਸ਼ਰੇਆਮ ਨਹੀਂ ਆ ਸਕਦੇ, ਇਹ ਲਫ਼ਜ਼ ਬਣਦਾ ਨਹੀਂ। ਇਹ ਮੇਰੇ ਸਾਇਲੈਂਟ ਦਾ ਕੰਮ ਹੈ। ਉਸ ਤੋਂ ਬਾਅਦ ਜ਼ਿਲ੍ਹੇ 'ਚ ਵੀ ਕੰਮ ਹੋਏ ਨੇ, ਕਈ ਪਾਸਟਰਾਂ ਨਾਲ ਗੱਲਾਂ ਹੋਈਆਂ, ਬੇਸ਼ੱਕ ਮੈਨੂੰ ਉਹਨਾਂ ਨੂੰ ਮੇਰੀਆਂ ਗੱਲਾਂ ਕੌੜੀਆਂ ਲੱਗੀਆਂ ਹੋਣ, ਪਰ ਮੈਂ ਸਿੱਧਾ ਕਿਹਾ ਵੀ ਬਾਈ ਜਿਹਨੂੰ ਵੋਟ ਪਾਈ ਜੇ ਨਾ ਉਹਨੂੰ ਕਰੋ। ਬਹੁਤ ਕਾਂਗਰਸ ਨੂੰ ਇਹਨਾਂ ਨੇ ਰੱਜ ਕੇ ਵੋਟ ਪਾਈ ਜੀ, ਔਰ ਕਾਂਗਰਸ ਹੀ ਇਹਨਾਂ ਨਾਲ ਧੱਕਾ ਕਰ ਰਹੀ, ਕੁੱਟ ਕੇ ਸੱਟਾਂ ਲਾ ਕੇ ਪਰਚੇ ਵੀ ਇਹਨਾਂ ਦੇ ਦਰਜ ਹੁੰਦੇ ਆ। ਔਰ ਇਹ ਤੋਂ ਪਹਿਲਾਂ ਆਪਾਂ ਠੱਲ ਪਾਉਣ ਲਈ ਰੈਡੀ ਹੁੰਦੇ ਹਾਂ। ਹੁਣ ਇਕੱਲਾ ਮੇਰਾ ਹੀ ਨਹੀਂ, ਸਾਡੇ ਹਰ ਲੀਡਰ ਦਾ ਦਿਲ ਇੱਕ ਵਾਰ ਟੁੱਟ ਗਿਆ। ਇਹਨਾਂ ਨੇ ਇਕੱਲਾ ਮੇਰਾ ਨਹੀਂ ਤੋੜਿਆ, ਹਰ ਲੀਡਰ ਦੇ ਕ੍ਰਿਸਚੀਅਨ ਕੌਮ ਦੇ ਜਿਹੜੇ ਸਿਰ ਕੱਟ ਬੰਦੇ ਸੀਗੇ ਉਹਨਾਂ ਨੂੰ ਇੱਕ ਵਾਰੀ ਇਹਨਾਂ ਨੇ ਤੋੜ ਕੇ ਸੁੱਟਤਾ ਸਾਡੀ ਕਮਿਊਨਿਟੀ। ਉਹ ਸਾਡੇ ਪਿੱਛੇ ਰਹਿਣ ਦਾ ਕਾਰਨ ਹੀ ਇਹ ਆ ਕਿ ਅਸੀਂ ਕਦੀ ਵੀ ਆਪਣੇ ਬੰਦੇ ਦੀ ਸਪੋਰਟ ਨਹੀਂ ਕਰਦੇ। ਔਰ ਮੈਂ ਪਹਿਲਾਂ ਵੀ ਕਈ ਸਟੇਜਾਂ 'ਤੇ ਕਿਹਾ ਕਿ ਸਾਡੇ ਪ੍ਰਚਾਰ 'ਚ ਕਮੀ ਹੈ ਜੀ। ਜਿਸ ਧਰਮ ਦਾ ਪ੍ਰਚਾਰ ਸਹੀ ਤੇ ਅਣਖੀ ਕੌਮ ਦੇ ਸੰਬੰਧ 'ਚ ਹੋ ਜਾਏਗਾ ਉਹ ਕੌਮ ਤਰੱਕੀ ਕਰੇਗੀ। ਸਿੱਖ ਕੌਮ ਦਾ ਇਤਿਹਾਸ ਵੇਖ ਲਈਏ, ਮਰਨ ਮਰਾਉਣ ਤੇ ਚਲੇ ਜਾਂਦੇ ਜੀ। ਔਰ ਅੱਜ ਵੇਖੋ 500 ਸਾਲ ਦਾ ਇਤਿਹਾਸ ਆ। ਅੱਜ ਇਕੱਲੇ ਇੱਥੇ ਹੀ ਨਹੀਂ,
ਉਹ ਜਿੱਥੇ ਕ੍ਰਿਸਚੀਅਨ ਕੌਮ ਕੈਨੇਡਾ, ਇੰਗਲੈਂਡ, ਇਟਲੀ, ਜਰਮਨ, ਉਹਨਾਂ ਦੇ ਆਪਣੇ MP, ਆਪਣੇ MLA, ਆਪਣੇ ਉਹਨਾਂ ਦੇ ਕਾਉਂਸਲਰ ਉਹ ਕੰਟਰੀਆਂ ਦੇ ਵਿੱਚ ਜਾ ਕੇ ਬਣੇ ਨੇ। ਇੱਥੋਂ ਜਾ ਕੇ ਇੱਥੋਂ ਦੀ ਸੱਤਾ ਉਹਨਾਂ ਦੇ ਕੋਲ ਹੀ ਆ। ਕਾਰਨ ਕੀ ਕਿ ਆਪਣੀ ਕਮਿਊਨਿਟੀ ਨੂੰ ਉੱਚਾ ਚੁੱਕਣਾ ਚਾਹੁੰਦੇ ਨੇ। ਉਹਨਾਂ ਦੇ ਮਨ 'ਚ ਇੱਕੋ ਹੀ ਗੱਲ ਆ ਕਿ ਸਾਡਾ ਬੰਦਾ ਸਿੱਖ ਭਰਾ, ਬਸ ਇਹਨੂੰ ਅੱਗੇ ਕਰਨਾ। ਔਰ ਜਦੋਂ ਕੋਈ ਘਟਨਾ ਹੁੰਦੀ, ਜੇ ਆਪਣੀ ਕੌਮ ਤੇ ਹੱਲਾ ਬੋਲਣ ਵਾਲੇ ਨੂੰ ਜਦੋਂ ਉਹਨਾਂ ਦਾ ਕੋਈ ਭਰਾ ਮੂੰਹ ਤੋੜ ਜਵਾਬ ਦੇ ਦਿੰਦਾ, ਉਹ ਰੱਜ ਕੇ ਉਹਨਾਂ ਦੀ ਮਦਦ ਕਰਦੇ ਨੇ ਹਰ ਪਾਸਿਓਂ, ਕਿ ਬੰਦੇ ਨੂੰ ਕਦੇ ਅਹਿਸਾਸ ਨਾ ਹੋ ਜੇ। ਬੇਸ਼ੱਕ ਉਹਨਾਂ ਦਾ ਬੰਦਾ ਧਰਮ ਦੀ ਖਾਤਰ ਜੇਲ੍ਹ ਕੱਟਣ ਚਲ ਜੇ, ਉਹ ਪਿੱਛੋਂ ਪਰਿਵਾਰ ਨੂੰ ਪਾਲਦੇ ਨੇ, ਉਹਦੀ ਬੇਲ ਕਰਾਉਂਦੇ ਨੇ, ਉਹਦਾ ਖਰਚਾ ਚੱਕਦੇ ਨੇ ਕਿ ਇਹਨੇ ਕੌਮ ਦੇ ਲਈ ਕੁਝ ਕੀਤਾ, ਕਦੀ ਇਹਦਾ ਪੈਰ ਨਾ ਪਿੱਛੇ ਹੋ ਜੇ। ਤੁਸੀਂ ਅੱਜ ਕੌਮ ਦੇ ਲਈ ਕਿਸੇ ਨੂੰ ਕੁਝ ਕਹਿ ਦਿਓ ਤੇ ਤੁਹਾਨੂੰ ਗੱਲਾਂ ਇਹ ਹੋਣੀਆਂ, ਨੂੰ ਬਹੁਤਾ ਫਾਹ ਲੱਗਾ ਸੀ, ਘਰ ਬੈਠਾ ਰਹਿੰਦਾ ਹੈ, ਇਹ ਦੁਨੀਆ 'ਚ ਹੀ ਹੋਣਾ। ਸਾਡਾ ਪ੍ਰਚਾਰ ਹੀ ਇਹ ਬਾਈਬਲ 'ਚ ਲਿਖਿਆ। ਬਾਈਬਲ 'ਚ ਲਿਖਿਆ ਜਦੋਂ ਕੌਮ ਦੀ ਗੱਲ ਹੋਏ, ਕਮਿਊਨਿਟੀ ਦੀ ਗੱਲ ਹੋਏ, ਉਦੋਂ ਅਸੀਂ ਬਾਈਬਲ ਤੇ ਆ। ਪਰ ਅੱਜ ਮੈਨੂੰ 100 ਚੋਂ 2% ਕ੍ਰਿਸਚਨ ਹੋਣਗੇ ਜਿਨ੍ਹਾਂ ਦੇ ਮੂੰਹ ਤੇ ਤੁਸੀਂ ਚਪੇੜ ਮਾਰ ਦੋਗੇ ਤੇ ਪਲਟ ਤੁਹਾਨੂੰ ਜਵਾਬ ਨਹੀਂ ਦੇਣਗੇ। ਜਿਨ੍ਹਾਂ ਨੂੰ ਤੁਸੀਂ ਗਾਲ ਕੱਢ ਦੋਗੇ ਤੇ ਤੁਹਾਨੂੰ ਉਲਟੀ ਅੱਗੋਂ ਗਾਲ ਨਹੀਂ ਕੱਢਣਗੇ। ਜਿਨ੍ਹਾਂ ਦੇ ਪਿਓ ਨੂੰ ਗਾਲ ਕੱਢੋਗੇ ਉਹ ਅੱਗੋਂ ਤੁਹਾਨੂੰ ਜਵਾਬ ਨਹੀਂ ਦੇਣਗੇ। 2% ਹੋਣਗੇ ਮੇਰੇ ਹਿਸਾਬ ਨਾਲ, ਉਹ ਵੀ ਨਹੀਂ, ਕਿਉਂਕਿ ਇਹ ਮੇਰੇ ਪ੍ਰੈਕਟੀਕਲ ਤਜਰਬੇ ਨੇ। ਜਦੋਂ ਕੌਮ ਦੀ ਗੱਲ ਆਏਗੀ ਉਦੋਂ ਡਰਪੋਕਾਂ ਦੀਆਂ ਗੱਲਾਂ ਕਰਨਗੇ ਕਿ ਬਾਈਬਲ 'ਚ ਲਿਖਿਆ। ਬਾਈਬਲ 'ਚ ਤੁਹਾਡੇ ਵੱਲੋਂ ਵੀ ਲਿਖਿਆ। ਤੁਸੀਂ ਜ਼ਿੰਦਗੀ ਉਹਦਾ ਬਤੀਤ ਕਰ ਰਹੇ ਹੋ, ਤੁਸੀਂ ਝੂਠ ਬੋਲਣਾ ਛੱਡਦੇ ਜੇ, ਤੁਸੀਂ ਸ਼ਰਾਬ ਛੱਡਦੇ ਜੇ, ਤੁਸੀਂ ਬਾਕੀ ਸਾਰੇ ਕੰਮ ਦੁਨਿਆਵੀ ਕਰੀ ਜਾਣੇ ਨੇ। ਨੱਚਣਾ ਟੱਪਣਾ, ਵਿਆਹਾਂ 'ਚ DJ ਲੱਗਣੇ, ਉਹ ਬਾਈਬਲ 'ਚ ਲਿਖਿਆ ਕਿਤੇ ਲੱਗਣ। ਪਰ ਜਦੋਂ ਗੱਲ ਕੌਮ ਦੀ ਆ ਜਾਣੀ ਆ, ਉਦੋਂ ਸਾਡੇ ਪ੍ਰਚਾਰਕ ਉਹਨੂੰ ਗਲਤ ਰੰਗ ਦੇ ਦਿੰਦੇ ਕਿ ਨਹੀਂ ਜੀ ਇਹ ਤਾਂ ਬਾਈਬਲ 'ਚ ਲਿਖਿਆ। ਤੇ ਜੇ ਬਾਈਬਲ 'ਚ ਲਿਖਿਆ ਤਾਂ ਫਿਰ ਹੁਣ ਆਪਾਂ ਕਿਉਂ ਇਹ ਗੱਲ ਨੂੰ ਚੱਕਦੇ ਹਾਂ? ਜਦੋਂ ਕੋਈ ਮੁੱਦਾ ਹੁੰਦਾ ਕਿਉਂ ਫੋਨ ਕਰਦੇ ਆ? ਫਿਰ ਖਾਣ, ਫਿਰ ਬਾਈਬਲ ਦੇ ਅਨੁਸਾਰ ਚੱਲਣ। ਫਿਰ ਜਦੋਂ ਕੋਈ ਹੁਣ ਕੀ ਰਣਨੀਤੀਆਂ ਬਣ ਰਹੀਆਂ ਅਸੀਂ ਜਾਣਦੇ ਹਾਂ। ਆਉਣ ਵਾਲਾ ਸਮਾਂ ਕ੍ਰਿਸਚਨਾਂ ਲਈ ਕਿੰਨਾ ਔਖਾ ਅਸੀਂ ਜਾਣਦੇ ਹਾਂ। ਸਾਡਾ ਦਿਲ ਕਰਦਾ, ਕਈ ਵਾਰ ਕੋਈ ਗੱਲ ਹੁੰਦੀ, ਲੋਕ ਕਹਿੰਦੇ ਨੇ ਯਾਰ ਤੁਸੀਂ ਚੁੱਕੋ ਗੱਲ ਨੂੰ, ਵੀਡੀਓ ਪਾਓ, ਨਹੀਂ ਜੀ ਕਰ ਰਿਹਾ ਜੀ, ਅਜੇ ਇੰਟਰਨਲ ਆਵਾਜ਼ ਨਹੀਂ ਆਉਂਦੀ। ਮੈਂ ਤੁਹਾਡੀ ਗੱਲਾਂ ਦੇ ਨਾਲ ਸਹਿਮਤ ਹਾਂ ਬਹੁਤ। ਕਿਉਂਕਿ ਮੈਂ ਤੁਹਾਡੇ ਨਾਲ ਪਰਸਨਲੀ ਤੌਰ ਤੇ ਬਹੁਤ ਜ਼ਿਆਦਾ ਜੁੜਿਆ ਹਾਂ। ਮੈਂ ਇਹ ਮਹਿਸੂਸ ਕੀਤਾ ਹੈ ਕਿ ਜਿਹੜੀ ਕ੍ਰਿਸਚਨ ਕਮਿਊਨਿਟੀ ਹੈ ਉਹ ਚਾਹੁੰਦੀ ਤੇ ਹੈ ਕਿ ਸਾਡੀ ਕੌਮ ਦੇ ਵਿੱਚੋਂ ਲੋਕ ਉੱਠਣ, ਪਰ ਜਦੋਂ ਇਹ ਕੌਮ ਦੇ ਵਿੱਚੋਂ ਬੰਦਾ ਕੋਈ ਉੱਠਦਾ ਹੈ ਤੇ ਫਿਰ ਕੀ ਇਹਦੇ ਹੀ ਲੋਕ ਉਹਨੂੰ ਬਿਠਾਉਣ ਦੀ ਕੋਸ਼ਿਸ਼ ਕਰਦੇ ਨੇ ਜਾਂ ਫਿਰ ਦੂਜੀਆਂ ਕੋਈ ਕੌਮਾਂ ਜਿਹੜੀਆਂ ਸਾਨੂੰ ਬਿਠਾਉਣ ਦੀ ਕੋਸ਼ਿਸ਼ ਕਰਦੀਆਂ? ਵੇਖੋ ਜੀ, ਮੈਂ ਜੇ ਇਸ ਵੇਲੇ ਆਪਾਂ ਕਮਿਊਨਿਟੀ ਦੀ ਗੱਲ ਕਰੀਏ ਤਾਂ ਮੈਂ ਇਹਦੇ 'ਚ ਦੂਸਰੀ ਕਿਸੇ ਕੌਮ ਨੂੰ ਨਹੀਂ ਤੋੜ ਸਕਦਾ ਜੀ। ਜੇ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਇੱਕ ਸਿੱਖ ਭਰਾ ਨੇ, ਸਾਡੇ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਕਲਸੀ ਜੀ, ਟਿਕਟ ਉਹਨੇ ਦਵਾਈ, ਡਟ ਕੇ ਦਵਾਈ ਉਹਨੇ ਜੀ। ਪਾਰਟੀ ਦੇ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਚੁੱਕ ਕੇ ਮੈਨੂੰ ਟਿਕਟ ਦਵਾਈ। ਪਾਰਟੀ 'ਚ ਰਹਿ ਰਹੇ ਹਰ ਬੰਦੇ ਨੇ ਮੇਰੇ ਨਾਲ ਡਟ ਕੇ ਮਦਦ ਕੀਤੀ ਜੀ। ਔਰ ਮੇਰੀ ਕਮਿਊਨਿਟੀ ਦੇ ਲੀਡਰ, ਪਾਸਟਰ ਜਿਨ੍ਹਾਂ ਨੇ ਟਿਕਟ ਮਿਲਣ ਲੱਗਿਆ ਤਾਂ ਮੈਨੂੰ ਬੜਾ ਹੌਸਲਾ ਦਿੱਤਾ, ਅਸੀਂ ਉਹ ਕਰ ਦਿਆਂਗੇ, ਜੇ ਕਰ ਦਿਆਂਗੇ। ਜਿਵੇਂ ਜਿਵੇਂ ਸਾਡੀ ਵੇਲ ਵੱਧਦੀ ਗਈ, ਜਿਵੇਂ ਉਵੇਂ ਇਹਨਾਂ ਨੇ ਪੈਰ ਪਿੱਛੇ ਕਰ ਦਿੱਤੇ। ਪੀਟਰ ਸਾਹਿਬ, ਜਿਵੇਂ ਹਨੇਰੀ ਚੱਲ ਰਹੀ ਸੀ ਉਹਨਾਂ ਦਿਨਾਂ ਦੇ ਵਿੱਚ, ਮੈਂ ਵੀ ਹਰ ਪੱਖ ਤੋਂ ਤੁਹਾਡੀ ਸਪੋਰਟ ਕੀਤੀ ਹੈ। ਹਰ ਪੱਖ ਤੋਂ ਸਾਡੀ ਕੋਸ਼ਿਸ਼ ਰਹੀ ਹੈ ਕਿਉਂਕਿ ਹਰ ਬੰਦੇ ਨੂੰ ਅਸੀਂ ਇਗਨੋਰ ਕਰਕੇ ਆਪਣੀ ਕੌਮ ਨੂੰ, ਆਪਣੇ ਭਰਾ ਨੂੰ ਅਹਿਮੀਅਤ ਦਿੱਤੀ ਹੈ। ਇੰਨੀ ਵੱਡੀ ਗਿਣਤੀ ਦੇ ਵਿੱਚ, ਇੰਨੀ ਵੱਡੀ ਤਾਦਾਦ ਦੇ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਈਸਾਈਆਂ ਦੀ ਵੋਟ ਹੋਵੇ, ਵੋਟ ਬੈਂਕ ਹੋਵੇ, ਤੇ ਉਹਦੇ ਵਿੱਚੋਂ ਬਹੁਤ ਘੱਟ ਵੋਟਾਂ ਤੁਹਾਨੂੰ ਪਈਆਂ ਨੇ। ਉਹਦਾ ਕਾਰਨ ਕੀ ਹੈ? ਜਾਂ ਤੇ ਫਿਰ ਸਾਡੇ ਲੋਕਾਂ ਦੇ ਅੰਦਰ ਜਾਗਰਤੀ ਨਹੀਂ ਆਈ, ਜਿਹੜੀ ਜਾਗਰਤੀ ਸਾਡੇ ਅੰਦਰ ਆਉਣੀ ਚਾਹੀਦੀ ਹੈ, ਜਾਂ ਫਿਰ ਸਾਡੇ ਲੋਕ ਅਜੇ ਤੱਕ ਵੀ ਉਹਨਾਂ ਗੱਲਾਂ ਦੇ ਸ਼ਿਕਾਰ ਨੇ, ਪੈਸੇ ਦੇ ਸ਼ਿਕਾਰ ਨੇ ਜਾਂ ਨਸ਼ੇ ਦੇ ਸ਼ਿਕਾਰ ਨੇ। ਇੱਕ ਪਾਸੇ ਅਸੀਂ ਕਹਿ ਰਹੇ ਨਸ਼ਾ ਪੰਜਾਬ 'ਚ ਜਾਣਾ ਚਾਹੀਦਾ ਹੈ, ਦੂਜੇ ਪਾਸੇ ਕਹਿ ਰਹੇ ਹਾਂ ਕਰਪਸ਼ਨ ਜਾਣੀ ਚਾਹੀਦੀ ਹੈ। ਫਿਰ ਜੇ ਅਸੀਂ ਕਰਪਸ਼ਨ ਤੇ ਨਸ਼ੇ ਦੇ ਆਪ ਹੀ ਆਦੀ ਹਾਂ ਤੇ ਫਿਰ ਦੂਜੇ ਲੋਕਾਂ ਨੂੰ ਕੀ ਸਲਾਹ ਦੇਵਾਂਗੇ? ਤੇ ਦੂਜੇ ਲੋਕਾਂ ਦੀ ਕੀ ਇੱਕ ਮਿਸਾਲ ਬਣਾਂਗੇ? ਇਹ ਘੱਟ ਵੋਟ ਪੈਣ ਦਾ ਤੁਹਾਨੂੰ ਕੀ ਕਾਰਨ ਰਿਹਾ ਹੈ? ਇਹਦੇ ਵਿੱਚ ਕਿਹੜੀਆਂ ਐਸੀਆਂ ਗੱਲਾਂ ਰਹੀਆਂ ਨੇ ਜਿਹਦੇ ਵਿੱਚ ਆਪਾਂ ਇੰਨੀ ਘੱਟ ਵੋਟ ਹਾਸਲ ਕੀਤੀ ਹੈ? ਦੇਖੋ, ਇਹਦੇ ਵਿੱਚ ਬੜੇ ਕਾਰਨ ਨੇ ਸ਼ਮੀ ਜੀ, ਜੋ ਮੈਂ ਜਿੰਨਾ ਇਸ ਇਲੈਕਸ਼ਨ ਦੇ ਦੌਰਾਨ ਸਮਝ ਸਕਿਆ। ਸਭ ਤੋਂ ਵੱਡੀ ਸਾਡੇ 'ਚ ਕਮੀ ਹੈ ਕਿ ਸਾਨੂੰ ਨੌਲੇਜ ਹੀ ਨਹੀਂ ਜੀ। ਇੱਕ ਗਲਤੀ 2012 ਵਾਲੀ ਹੈ ਜਿਹੜੀ ਮੇਰੀ ਜੀ, ਉਸ ਤੋਂ ਬਾਅਦ ਮੈਂ 2 ਇਲੈਕਸ਼ਨਾਂ ਲੜੀਆਂ ਜੀ, ਉਹ ਕਿਸੇ ਨੂੰ ਯਾਦ ਨਹੀਂ। ਆਹ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਸਭ ਭੁੱਲ ਕੇ, ਲੋਕਾਂ ਨੇ ਵੇਖਿਆ ਡਟਿਆ ਰਿਹਾ ਮੈਦਾਨ 'ਚ, ਪਰ ਨੌਲੇਜ ਕਿੰਨੀ ਕਿਹਾ। ਇੱਕ ਭਰਾ ਮੈਨੂੰ ਇਲੈਕਸ਼ਨ ਵਾਲੇ ਦਿਨ ਫੋਨ ਕਰ ਰਿਹਾ ਜੀ, ਭਾਜੀ ਕੀ ਹਾਲ ਜੀ? ਮੈਂ ਕਿਹਾ ਠੀਕ ਹੈ ਜੀ। ਭਾਜੀ ਸੁਣਿਆ ਤੁਸੀਂ ਪੇਪਰ ਚੱਕ ਲਏ ਨੇ? ਮੈਂ ਕਿਹਾ ਮਸ਼ੀਨ ਦੇ ਉੱਤੇ ਮੇਰੀ ਫੋਟੋ ਲੱਗੀ, ਵੋਟ ਪਾਇਆ, ਭਰਾ ਮੈਂ ਨਹੀਂ ਚੁੱਕਿਆ। ਮਤਲਬ ਉਹ ਇੱਕ ਅਨਪੜ੍ਹਤਾ ਅਜੇ ਵੀ ਆ ਜੀ, ਹਵਾ ਆਉਣੀ ਆ ਉਧਰੋਂ ਆਉਣੀ ਜੀ, ਉਹਨੇ ਉਹ ਕਰਤਾ ਫਟਾਫਟ ਪਾਣੀ, ਉਹਨੂੰ ਅਸੀਂ ਤਹਿ ਤੱਕ ਨਹੀਂ ਜਾਣਾ, ਖਾਸ ਤੌਰ ਤੇ ਆਪਣੇ ਭਰਾ ਲਈ ਜੀ। ਹੁਣ ਨਵਜੋਤ ਸਿੰਘ ਸਿੱਧੂ ਕਿੰਨੀਆਂ ਪਾਰਟੀਆਂ ਬਦਲ ਜੀ,
ਅੱਜ ਵੀ ਉਹਦੇ ਲੋਕ ਉੱਥੇ ਹੀ ਅੜੇ ਨੇ। ਅੱਜ ਉਹ ਜਿਸ ਮਰਜ਼ੀ ਪਾਰਟੀ 'ਚ ਚੱਲ ਜੇ ਉਹਦੇ ਸਮਰਥਕ ਉਹਦੇ ਮਗਰ ਹੀ ਜਾਂਦੇ ਨੇ ਜੀ। ਉਹਨੂੰ ਗੱਲਾਂ ਨਹੀਂ ਕਰਦੇ ਤੂੰ ਕਦੀ ਐ ਨੂੰ ਜਾਂਦਾ ਤੂੰ ਕਿਉਂ। ਔਰ ਆਉਣ ਵਾਲੇ ਸਮੇਂ 'ਚ ਵਧੀਆ ਪੋਜੀਸ਼ਨ ਤੇ ਕਦੀ ਨਾ ਕਦੀ ਜ਼ਰੂਰ ਹੋ ਜਾਏਗਾ, ਕਿਉਂਕਿ ਉਹਦੇ ਸਮਰਥਕ ਨਹੀਂ ਟੁੱਟ ਰਹੇ। ਸਾਡੇ 'ਚ ਤੁਸੀਂ ਇੱਧਰੋਂ ਗਏ ਉੱਧਰੋਂ ਗਏ, ਵੱਡਾ ਜ਼ਿਆਦਾ ਸਵਾਲ ਤੁਹਾਨੂੰ ਕੀ ਵੇਖਣ ਨੂੰ ਮਿਲੇ ਹੋਣਗੇ ਇਲੈਕਸ਼ਨ ਦੇ ਦੌਰਾਨ, ਯਾਰ ਉਹਨੇ ਸਾਡੇ ਨਾਲ ਸਲਾਹ ਨਹੀਂ ਕੀਤੀ ਜੀ। ਇੱਕ ਮੈਂ ਘਰ 'ਚ ਗਿਆ, ਮੈਨੂੰ ਕਹਿੰਦਾ ਯਾਰ ਉਦਾਂ ਦਾ ਕੋਈ ਗੱਲ ਨਹੀਂ ਭਾਜੀ, ਤੁਸੀਂ ਪੁੱਛ ਕੇ ਨਹੀਂ ਖਲੋਤੇ। ਉਹਨੂੰ ਮੈਂ ਕਿਹਾ ਵੀਰ ਜਾਖੜ ਤੇਰੇ ਘਰ ਆਇਆ ਸੀ ਜਾਂ ਸਨੀ ਦਿਓਲ ਤੇਰੇ ਘਰ ਆਇਆ ਜੀ। ਉਹ ਨਹੀਂ ਭਾਜੀ ਉਹਨਾਂ ਨੂੰ ਤਾਂ ਆਪਾਂ ਜਾਣਦੇ ਵੀ ਨਹੀਂ। ਤੇ ਮੈਂ ਫਿਰ ਕੀ ਜਵਾਬ ਮੈਨੂੰ ਕੀ ਦੇ ਰਹੇ ਜੀ। ਮਤਲਬ ਇਹ ਅਜੇ ਵੀ ਅਨਪੜ੍ਹਤਾ, ਇੱਕ ਸੋਚ ਆ ਕਿ ਆਪਣੇ ਬੰਦੇ ਨੂੰ ਨੱਪੀ ਜਾਓ, ਹੋਰ ਕੋਈ ਇਹਨਾਂ ਦੇ ਚੱਕਰ ਦੀ। ਲਾਸਟ ਜਿਹੜੇ 4 ਦਿਨ ਦੀ ਇਲੈਕਸ਼ਨ ਪਲਟੀ ਆ ਜੀ, 4 ਦਿਨ ਪਹਿਲਾਂ ਸਾਡੀ ਬਹੁਤ ਵਧੀਆ ਰਿਪੋਰਟ ਸੀ ਜੀ, ਕਿਉਂਕਿ ਇਹ ਸਿਆਸੀ ਪਾਰਟੀਆਂ ਇਹਨਾਂ ਦੀ ਇਲੈਕਸ਼ਨ ਉਹੀ 2-3 ਦਿਨ ਪਹਿਲਾਂ ਹੁੰਦੀ ਹੈ ਜੀ, ਤੇ ਸਾਡਾ ਉਦੋਂ ਤੱਕ ਜ਼ੋਰ ਹੋ ਜਾਂਦਾ ਜੀ। ਅਸੀਂ ਸੋਚਦੇ ਹੁਣ ਜੋ ਕਰ ਲਿਆ। ਸਿਰਫ 4 ਦਿਨ ਪਹਿਲਾਂ ਗੇਮ ਪਲਟੀ ਆ, 4 ਦਿਨ ਪਹਿਲਾਂ ਪੈਸਾ ਵੀ ਚੱਲਿਆ, ਜੀ। ਹਰ ਤਰ੍ਹਾਂ ਦਾ ਦੌਪੇ ਚੱਲਿਆ। ਕਈ ਥਾਵਾਂ ਤੇ ਮੇਨ ਇਹੋ ਹੀ ਜਿਹੜਾ ਸਰਕਲ ਘੁੰਮੀ ਗਿਆ ਕਿ ਸਾਡਾ ਸਮਝੌਤਾ ਹੋ ਗਿਆ। ਹਾਲਾਂਕਿ ਮੈਂ ਲਾਈਵ ਵੀਡੀਓ ਵੀ ਪਾਈਆਂ, ਲੋਕਾਂ 'ਚ ਪ੍ਰਚਾਰ ਵੀ ਕੀਤਾ ਕਿ ਯਾਰ ਇਹ ਗੁੰਮਰਾਹ ਕਰ ਰਹੇ ਨੇ ਲੋਕਾਂ ਨੂੰ ਤੇ ਇਹਨਾਂ ਨੂੰ ਜਵਾਬ ਦੇ ਦਿਓ ਕਿ ਕੋਈ ਸਮਝੌਤਾ ਨਹੀਂ, ਆਪਾਂ ਮੈਦਾਨ 'ਚ ਅੜੇ ਆ, ਡਟ ਕੇ ਅੜੇ। ਹੁਣ ਵੇਖੋ ਜੇ ਕਿਸੇ ਦੀ ਵਾਹ ਪੇਸ਼ ਨਹੀਂ ਜਾਂਦੀ ਤੇ ਕੀ ਗੱਲ ਕਰਦੀ, ਬੀਜੇਪੀ ਨੇ ਪੈਸੇ ਦਿੱਤੇ ਹੋਣਗੇ। ਮਤਲਬ ਇੱਕ ਇਹਨਾਂ ਦੀ ਸੋਚ, ਮੈਂ ਤਾਂ ਹੀ ਸਾਇਲੈਂਟ ਆ ਕਿ ਯਾਰ ਇਹ ਕਿਸੇ ਪਾਸੇ ਨਹੀਂ ਜੀਣ ਦਿੰਦੇ। ਜੇ ਅਸੀਂ ਐਰਕਾ ਅੜ ਗਏ ਆ ਤੇ ਹੁਣ ਬੀਜੇਪੀ ਦਾ ਨਾਂ ਲਾਤਾ। ਔਰ ਮੈਨੂੰ ਜਦੋਂ ਜਨਤਕ ਲੋਕ ਕਹਿਣਗੇ ਨਾ ਵੀ ਤੂੰ ਇਹ ਚੀਜ਼ ਨੂੰ ਬਾਈਬਲ 'ਚ ਫੜ ਲਾ, ਤੇ ਮੈਂ ਬਾਈਬਲ ਹੱਥ 'ਚ ਫੜ ਕੇ ਪ੍ਰਭੂ ਦੇ ਘਰ 'ਚ ਕਸਮ ਖਾ ਜਾਵਾਂਗਾ ਕਿ ਬੀਜੇਪੀ ਕੋਈ ਚਵਾਨੀ ਇੱਕ ਪੰਜੀ ਪੈਸਾ ਵੀ ਲਿਆ ਹੋਵੇ। ਅਸੀਂ ਆਪਣੇ ਦਮ ਤੇ ਲੜੀ ਇਲੈਕਸ਼ਨ ਜੀ। ਔਰ ਨਾ ਮੈਨੂੰ ਕੋਈ ਪਾਰਟੀ ਫੰਡ ਆਇਆ। ਕਈਆਂ ਨੇ ਵੀ ਵਹਿਮ ਹੋਊਗਾ, ਸ਼ਰੇਆਮ ਕਹਿੰਦਾ ਸਾਡੀ ਪਾਰਟੀ ਵਿੱਤੀ ਸੰਕਟ 'ਚੋਂ ਲੰਘ ਰਹੀ ਹੈ, 1 ਰੁਪਏ ਦੀ ਫੰਡਿੰਗ ਨਹੀਂ ਆਪਾਂ ਨੂੰ ਆਈ। ਜਿੰਨੀ ਕੁ ਇਲੈਕਸ਼ਨ ਲੜੀ ਆਪਣੇ ਦਮ ਤੇ ਲੜੀ ਆ। ਔਰ ਜਿਹੜੇ ਆਮ ਮੇਰੇ ਗਰੀਬ ਲੋਕਾਂ ਨੇ ਬਹੁਤ ਮਦਦ ਕੀਤੀ, ਮੇਰੀ ਸੋਚਣ ਸ਼ਕਤੀ ਤੋਂ ਵੱਧ ਜਿਨ੍ਹਾਂ ਤੋਂ ਮੈਨੂੰ ਆਸ ਨਹੀਂ ਸੀ ਉਹਨਾਂ ਲੋਕਾਂ ਨੇ ਮੈਨੂੰ ਫੰਡ ਦਿੱਤਾ। ਚਾਹੇ ਉਹ ਫੰਡ 200 ਸੀ, ਚਾਹੇ 2000 ਸੀ, ਚਾਹੇ 5000 ਸੀ, ਕਿ ਸਾਡੇ ਲੋਕਾਂ ਨੂੰ ਜਿੰਨੀ ਕੁ ਵੋਟ ਪਈ ਇਹਨਾਂ ਨੂੰ ਇਲੈਕਸ਼ਨ ਲੜਨ ਦੀ ਤੇ ਲੜਾਉਣ ਦੀ ਕੀ ਆ ਸੈਂਸ ਆ ਗਈ ਹੈ ਕਿ ਆਪਾਂ ਕਿੱਦਾਂ ਮੈਦਾਨ 'ਚ ਉਤਰਨਾ। ਸੋ ਇਹ ਗੱਲਾਂ ਜਿਹੜੀਆਂ ਨੇ ਗਮਰਾਹ ਵਾਲੀਆਂ, ਇਹਨਾਂ ਨੂੰ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਿਆ। ਸੋ ਬੜੀ ਅੱਛੀ ਗੱਲ ਹੈ, ਤੁਹਾਡੇ ਵਿਚਾਰ ਜਿਹੜੇ ਨੂੰ ਬੜੇ ਖੂਬਸੂਰਤ ਲੱਗ ਰਹੇ ਨੇ। ਕਈ ਤੁਹਾਡੇ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਨੇ ਉਹ ਇਲੈਕਸ਼ਨ ਦੇ ਬਾਹਰ ਨਿਕਲ ਕੇ ਆ ਰਹੀਆਂ ਨੇ। ਤੁਸੀਂ ਕਹਿ ਰਹੇ ਕਿ ਜਿਹੜੇ ਲੋਕਾਂ ਲਈ ਮੈਂ ਦਿਨ ਰਾਤ ਮਿਹਨਤ ਕਰਨਾ ਹੈ, ਜਿਹੜੇ ਲੋਕ ਮੈਨੂੰ ਰਾਤ ਦੇ ਸਮੇਂ, ਦਿਨ ਦੇ ਸਮੇਂ, ਮੁਸੀਬਤ ਦੇ ਵੇਲੇ ਜਦੋਂ ਬੁਲਾਉਂਦੇ ਨੇ, ਮੈਂ ਬਿਨਾਂ ਕਿਸੇ ਖਰਚੇ ਦੇ, ਬਿਨਾਂ ਕਿਸੇ ਡਿਮਾਂਡ ਦੇ ਇਹਨਾਂ ਕੋਲ ਪਹੁੰਚਣਾ ਆ। ਪਰ ਹੁਣ ਮੈਨੂੰ ਇਹਨਾਂ ਤੇ ਬੜਾ ਅਫਸੋਸ ਹੈ, ਇਹਨਾਂ ਤੇ ਨਿਰਾਸ਼ਾ ਹੈ ਕਿ ਮੈਂ ਇਹਨਾਂ ਤੇ ਮੈਨੂੰ ਦੁੱਖ ਮਹਿਸੂਸ ਹੁੰਦਾ ਹੈ। ਪਰ ਭਵਿੱਖ ਵਿੱਚ ਤੁਹਾਡੀ ਕੀ ਰਣਨੀਤੀ ਰਹੇਗੀ? ਕੀ ਤੁਸੀਂ ਆਮ ਆਦਮੀ ਪਾਰਟੀ ਨਾਲ ਹੀ ਜੁੜੇ ਰਹੋਗੇ ਜਾਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ? ਦੇਖੋ ਜੀ, ਅਗਰ ਅੱਜ ਦੀ ਤਰੀਕ 'ਚ ਆਮ ਆਦਮੀ ਪਾਰਟੀ ਨੂੰ ਮੈਂ ਛੱਡਦਾ ਜੀ ਤੇ ਮੇਰੇ ਲਈ ਬਹੁਤ ਮਾੜੀ ਗੱਲ ਹੋਵੇ ਜੀ, ਕਿਉਂਕਿ ਇਹ ਪਾਰਟੀ ਉਹ ਆ ਜਿਹਨੇ ਇੱਕ ਸਾਡੀ ਕੌਮ ਦੀ ਹੋਂਦ ਬਣਾ ਦਿੱਤੀ ਜੀ। ਜੇ ਕਮਿਊਨਿਟੀ ਲੈਵਲ ਤੇ ਵੇਖੀਏ ਤੇ ਅੱਜ ਤੱਕ ਐਡਾ ਵੱਡਾ ਫੈਸਲਾ ਸ਼ਾਇਦ ਬੜੀ ਦੇਰ ਬਾਅਦ ਕਿਸੇ ਪਾਰਟੀ ਨੇ ਲਿਆ ਜੀ, ਕਿਉਂਕਿ ਪਹਿਲੇ ਪਾਰਟੀਆਂ ਡਿਸੀਜਨ ਲੈਂਦੀਆਂ ਸੀ ਤੇ ਆਪ ਹੀ ਹਰਾਉਂਦੀਆਂ ਸੀ। ਔਰ ਵਾਹਦ ਇਹ ਪਾਰਟੀ ਆ ਕਿ ਜੇ ਮੈਂ ਮੈਦਾਨ 'ਚ ਉਤਰਿਆ, ਇਹਨਾਂ ਦਾ ਇੱਕ ਵਲੰਟੀਅਰ ਜਿੰਨਾ ਵੀ ਸੀਗਾ, ਕਿਉਂਕਿ ਕੈਡਰ ਇਸ ਵੇਲੇ ਪਾਰਟੀ ਦਾ ਵੀ ਨਹੀਂ ਸੀ ਜੀ, ਪਰ ਜਿੰਨੇ ਪਾਰਟੀ ਦੇ ਨਾਲ ਜੁੜੇ ਸੀ ਉਹਨਾਂ ਨੇ ਰਾਤ ਦਿਨ ਇੱਕ ਕੀਤਾ ਔਰ ਹਰ ਇੱਕ ਨੇ ਧਰਮ ਨਿਰਪੱਖਤਾ ਦਾ ਸਬੂਤ ਦਿੱਤਾ ਜੀ। ਮੇਰੇ ਪਾਰਟੀ ਦੇ ਕਿਸੇ ਵੀ ਵਲੰਟੀਅਰ ਨੇ, ਕਿਸੇ ਵੀ ਅਹੁਦੇਦਾਰ ਨੇ ਜਾਤ ਧਰਮ ਨੂੰ ਮੈਦਾਨ 'ਚ ਨਹੀਂ ਲੈ ਕੇ ਆਇਆ ਜੀ, ਔਰ ਉਹਨਾਂ ਨੇ ਮੇਰੀ ਸ਼ਰੇਆਮ ਮਦਦ ਕੀਤੀ। ਔਰ ਪਾਰਟੀ ਦੇ ਨਾਲ ਰਹਿ ਕੇ ਭਵਿੱਖ 'ਚ ਜਿਹੜੀ ਆ ਰਣਨੀਤੀ ਆਪਾਂ ਬਣਾਵਾਂਗੇ। ਮੈਂ ਤੇ ਕੋਸ਼ਿਸ਼ ਕਰ ਰਿਹਾ ਕਿ ਹੋਰ ਵੀ ਆਪਣੇ ਭਰਾ ਜਿਹੜੇ ਨੇ ਉਹਨਾਂ ਨੂੰ ਇਸ ਪਾਰਟੀ 'ਚ ਲੈ ਕੇ ਆਈਏ, ਕਿਉਂਕਿ ਇਹ ਪਾਰਟੀ ਮਾਨ ਸਨਮਾਨ ਦੇ ਰਹੀ ਹੈ। ਦੂਏ ਪਾਰਟੀਆਂ ਨੂੰ ਅਸੀਂ 70 ਸਾਲਾਂ ਤੋਂ ਦੇਖ ਲਿਆ ਕਿ ਸਾਡੇ ਲਈ ਕੀ ਕਰਦੇ ਨੇ। ਸਿਰਫ ਆ ਜਾ ਕੇ ਸਾਡੇ ਨੂੰ ਇਹਨਾਂ ਨੇ ਇਲੈਕਸ਼ਨ ਤੋਂ 5 ਦਿਨ ਪਹਿਲਾਂ ਸੁਣਨੀਆਂ ਗੱਲਾਂ, ਉਸ ਤੋਂ ਬਾਅਦ ਇਹਨਾਂ ਨੇ ਲੱਭਣਾ। ਕਿਉਂਕਿ ਹੁਣ ਵੀ ਕੈਬਨਿਟ ਮਿਨਿਸਟਰ 2 ਜਿਹੜੇ ਪੱਬਾਂ ਭਾਰ ਹੋ ਗਏ, ਹਲਕਾ ਡੇਰਾ ਬਾਬਾ ਨਾਨਕ ਤੇ ਫਤਿਹਗੜ੍ਹ ਚੂੜੀਆਂ, ਔਰ 3-3 ਵਾਰ ਇੱਕ ਪਿੰਡ 'ਚ ਗਏ। ਪਿੰਡ ਵਾਲੇ ਆਪ ਗਵਾਹ ਨੇ। ਔਰ ਉਹਨਾਂ ਨੂੰ ਕਈ ਇਹਨਾਂ ਨੇ ਰੱਬ ਦੇ ਦਾਸਾਂ ਨੂੰ ਸੱਦ ਕੇ ਕਿਹਾ ਕਿ ਤੁਹਾਡੀਆਂ ਕਨਵੈਨਸ਼ਨਾਂ ਦਾ ਖਰਚਾ ਆਪਾਂ ਚੱਕਾਂਗੇ ਜੀ, ਜਿੰਨੀ ਦੇਰ ਤੁਹਾਡੀਆਂ ਕਨਵੈਨਸ਼ਨਾਂ ਹੋਣਗੀਆਂ ਉਹ ਖਰਚਾ ਆਪਾਂ ਦੇਵਾਂਗੇ। ਅੱਜ ਜਾ ਕੇ ਇਹਨਾਂ ਕੈਬਨਿਟ ਮਿਨਿਸਟਰ ਨੂੰ ਕਹਿਣ ਕਿ ਅਸੀਂ ਆਹ ਕਨਵੈਨਸ਼ਨ ਕਰਾਣੀ ਹੈ, ਜੇ 1 ਰੁਪਈਆ ਵੀ ਦੇ ਜਾਂਦੇ ਜੋ ਬਚ ਗਿਆ, ਕਿਉਂਕਿ ਉਹ ਸਿਰਫ ਇੱਕ ਪੋਲੀਟੀਕਲ ਸਟੰਟ ਸੀਗਾ ਜੀ। ਔਰ ਆਮ ਆਦਮੀ ਪਾਰਟੀ ਨੇ ਜੋ ਮੈਨੂੰ ਕਿਹਾ ਤੋਂ ਵੱਧ ਕੀਤਾ। ਮੇਰੀ ਵੋਟ ਘੱਟ ਨਿਕਲੀ, ਵੱਧ ਨਿਕਲੀ, ਮੇਰੀ ਹਾਈ ਕਮਾਂਡ ਸਾਰੀ ਨੇ ਵਧੀਆ ਮੈਨੂੰ ਪਿਆਰ ਦੇ ਨਾਲ ਸਤਿਕਾਰ ਦਿੱਤਾ। ਔਰ ਉਹਨਾਂ ਨੇ 2022 ਦੇ ਲਈ ਮੈਨੂੰ ਕਿਹਾ ਕਿ ਤਿਆਰੀ ਕਰ, ਜਿੱਥੋਂ ਪਾਰਟੀ ਦਾ ਮਨ ਹੋਵੇਗਾ, ਜਿੱਥੋਂ ਪਾਰਟੀ ਕਹੇਗੀ। ਵੈਸੇ ਹਲਕਾ ਇੰਚਾਰਜ ਫਤਿਹਗੜ੍ਹ ਚੂੜੀਆਂ ਵਾ,
ਪਾਰਟੀ ਜਿੱਥੋਂ ਡਿਊਟੀ ਲਾਏਗੀ ਆਪਾਂ ਮੈਦਾਨ 'ਚ ਡਟ ਕੇ ਲੜਾਂਗੇ। 2022 ਦੀ ਜਿਹੜੀ ਇਲੈਕਸ਼ਨ ਜਿਹੜੀ ਆ ਰਹੀ ਉਹਦੇ ਵਾਸਤੇ ਕੀ ਤੁਸੀਂ ਨਵੀਂ ਤਿਆਰੀ ਕਰ ਰਹੇ ਹੋ? ਕੀ ਤੁਸੀਂ ਸਮਝਦੇ ਹੋ ਕਿ ਜਿਹੜੀਆਂ ਕਮੀਆਂ ਸਾਡੀਆਂ 2019 ਦੇ ਵਿੱਚ ਰਹੀਆਂ ਨੇ ਉਹਨਾਂ ਨੂੰ ਦੂਰ ਕਰੀਏ, ਕੁਝ ਈਸਾਈ ਕੌਮ ਦੇ ਲਈ ਕੁਝ ਵੱਖਰਾ ਕਰੀਏ? ਕਿ ਆਪਾਂ ਕਿਸ ਤਰ੍ਹਾਂ ਇਹਨਾਂ ਦੇ ਥਾਟਸ ਨੂੰ, ਜਿਹੜੇ ਨੈਗੇਟਿਵ ਥਾਟਸ ਨੇ ਇਹਨਾਂ ਦੇ ਮਨਾਂ ਦੇ ਅੰਦਰ, ਜਿਹੜੇ ਵਿਚਾਰ ਜਿਹੜੇ ਨੇ, ਜਿਹੜੇ ਨਾਵਾਚਕ ਵਿਚਾਰ ਇਹਨਾਂ ਦੇ ਮਨਾਂ 'ਚ ਵੜੇ ਹੋਏ ਨੇ, ਉਹਨਾਂ ਨੂੰ ਕਿੱਦਾਂ ਬਾਹਰ ਕੱਢ ਸਕਾਂਗੇ, ਕਿੱਦਾਂ ਇਹਨਾਂ ਨੂੰ ਚੇਂਜ ਕਰਾਂਗੇ? ਕਿਉਂਕਿ 19 ਤੋਂ 22 ਤੱਕ ਕੋਈ ਬਹੁਤ ਜ਼ਿਆਦਾ ਲੰਬਾ ਸਮਾਂ ਨਹੀਂ ਆ, ਕਿਉਂਕਿ ਇੱਕ ਇਨਸਾਨ ਜਿਹੜਾ ਉਹ ਆਪਣੇ ਵਿਚਾਰਾਂ ਤੋਂ ਅਮੀਰ ਹੋਣਾ ਚਾਹੀਦਾ ਹੈ, ਭਾਵੇਂ ਉਹ ਘਰ ਤੋਂ ਕਾਰੋਬਾਰ ਤੋਂ ਅਮੀਰ ਨਾ ਵੀ ਹੋਵੇ ਤੇ ਕੋਈ ਮਾਇਨੇ ਨਹੀਂ ਰੱਖਦਾ, ਪਰ ਉਹ ਆਪਣੇ ਵਿਚਾਰਾਂ ਤੋਂ ਅਮੀਰ ਜ਼ਰੂਰ ਹੋਣਾ ਚਾਹੀਦਾ ਹੈ। ਕਿ 19 ਤੋਂ ਲੈ ਕੇ 22 ਤੱਕ ਈਸਾਈ ਕੌਮ ਦੇ ਵਿਚਾਰ ਜਿਹੜੇ ਨੇ ਉਹ ਬੜੇ ਮਜ਼ਬੂਤ ਹੋ ਜਾਣਗੇ ਤੁਹਾਡੇ ਹਿਸਾਬ ਦੇ ਨਾਲ? ਵੇਖੋ ਜੀ, ਮੈਂ ਇੱਕ ਗੱਲ ਅਕਸਰ ਆਪਣੇ ਯੂਥ ਦੀ ਟੀਮ ਨਾਲ ਵੀ ਕਰਦਾ ਜੀ ਕਿ ਸਾਡੀ ਕੌਮ ਨੂੰ ਦੋ ਸਭ ਤੋਂ ਵੱਡੀਆਂ ਕਮੀਆਂ ਜਿਹੜੀਆਂ ਨੇ ਨਾ, ਉਹ ਜਦੋਂ ਦੂਰ ਹੋਣਗੀਆਂ ਉਸ ਵਕਤ ਅਸੀਂ ਸਹੀ ਜਿਹੜਾ ਕਹਿ ਸਕਦੇ ਜੇ ਮੈਂਬਰ ਆਫ ਪਾਰਲੀਮੈਂਟ ਜਾਂ ਆਪਣਾ ਵਿਧਾਨ ਸਭਾ ਦੇ ਵਿੱਚ ਬੰਦਾ ਭੇਜ ਪਾਵਾਂਗੇ ਜੀ। ਸਭ ਤੋਂ ਵੱਡੀ ਕਮੀ ਹੈ ਕਿ ਜਿਹੜੇ ਸਾਡੇ 45 ਤੋਂ 50 ਸਾਲ ਤੋਂ ਉੱਪਰ ਜਿੰਨੇ ਵੋਟਰ ਨੇ ਉਹਨਾਂ ਦੇ ਅੰਦਰ ਕੱਟੜਤਾ ਵਾ ਜੀ। ਉਹ ਕੱਟੜਤਾ ਕੌਮ ਦੀ ਨਹੀਂ ਆ, ਪਾਰਟੀ ਦੀਆਂ। ਸਹੀ। ਜੇ 45 ਤੋਂ 50 ਸਾਲ ਦਾ ਬੰਦਾ ਅੱਜ ਤੋਂ ਪਹਿਲਾਂ ਅਕਾਲੀ ਦਲ ਨਾਲ, ਤਾਂ ਅੱਜ ਵੀ ਅਕਾਲੀ ਦਲ ਦਾ ਹੀ ਆ। ਜੇ ਉਹ ਕਾਂਗਰਸ ਨਾਲ, ਤੇ ਅੱਜ ਵੀ 70 ਸਾਲ ਤੋਂ ਕਾਂਗਰਸ ਨਾਲ ਹੀ ਆ। ਉਹਨੂੰ ਸਿਰਫ ਆਪਣਾ ਮਾਨ ਸਨਮਾਨ ਲੱਭਦਾ, ਕਮਿਊਨਿਟੀ ਦਾ ਨਹੀਂ ਲੱਭਦਾ। ਕੱਟੜਤਾ ਜ਼ਰੂਰ ਆ ਬਟ ਪਾਰਟੀ ਦੀ ਆ। ਹੁਣ ਜਿਹੜਾ ਯੂਥ ਆ, ਯੂਥ ਇਸ ਵੇਲੇ ਜਿਹੜਾ ਸਾਡਾ ਅਣਖੀ ਯੂਥ ਆ, ਉਹ ਇਸ ਵੇਲੇ ਜ਼ਿਆਦਾ ਏਜ ਕਿੰਨੀ ਆ? 13, 14, 15, 16, 17 ਜੀ। ਮਤਲਬ ਅਜੇ ਉਹਨਾਂ ਦੇ ਹੱਥ 'ਚ ਪਾਵਰ ਨਹੀਂ ਆ ਜੀ। ਔਰ 22 ਦਾ ਤੇ ਜਿਹੜਾ ਰਿਜ਼ਲਟ ਕਹਿ ਸਕਦੇ ਜੇ ਕਿ ਹੋ ਸਕਦਾ ਕੋਈ 50-50 ਰਹਿ ਜਾਏ, ਕੋਈ 70 ਜਾਂ 100 ਹੋ ਜਾਏ। ਬਟ 2027 ਚ ਮੈਂ ਹਮੇਸ਼ਾ ਆਪਣੀ ਨੌਜਵਾਨ ਟੀਮ ਨੂੰ ਕਹਿਣਾ, ਚਾਹੇ ਆਪਾਂ ਇਲੈਕਸ਼ਨ ਲੜੀਏ ਚਾਹੇ ਕੋਈ ਲੜੇ, 2027 ਚ ਸਾਡੇ ਐਮਐਲਏ ਜ਼ਰੂਰ ਬਣਨਗੇ। ਕਿਉਂਕਿ ਜਿਹੜੀ 13 ਸਾਲ ਦੀ ਸਾਡੀ ਜਿਹੜੇ ਯੂਥ ਦੇ ਮੁੰਡੇ ਨੇ ਜਿਨ੍ਹਾਂ ਦੇ ਅੰਦਰ ਆਪਣੀ ਕੌਮ ਦੀ ਗੱਲ ਆ। ਕਿਉਂਕਿ ਅਕਸਰ ਜਦੋਂ ਕਿਤੇ ਭੀੜ ਬਣਦੀ ਮੈਂ ਜਾਂਦਾ ਤੇ ਜਿਹੜੇ ਉੱਪਰਲੇ ਲੈਵਲ ਦੇ ਬੰਦੇ ਨੇ ਉਹਨਾਂ ਦੀ ਥਿਊਰੀ ਹੋਰ ਹੁੰਦੀ ਆ, ਤੇ ਜਿਹੜੇ ਸਾਡੇ ਘਰ ਤੋਂ ਮਰਦੇ ਨੇ ਉਹ ਡਟ ਕੇ ਹੁੰਦੇ ਨੇ ਜੀ। ਉਹ ਮੈਦਾਨ 'ਚ ਕਹਿੰਦੇ ਨੇ ਭਾਜੀ ਅਸੀਂ ਆਪਣੀ ਕੌਮ ਦੇ ਲਈ ਆ ਵੀ ਕਰ ਦਿਆਂਗੇ, ਬਸ ਸੰਭਾਲ ਲਿਓ ਜੀ। ਸੋ ਉਹ ਮੈਨੂੰ ਚੀਜ਼ ਲੱਗਦੀ ਆ। ਕਿਉਂਕਿ ਜੇ ਇਹਦਾ ਉਦਾਹਰਨ ਦੇ ਤੌਰ ਤੇ ਮੈਂ ਦੱਸ ਦਿੰਦਾ ਕਿ ਪਾਕਿਸਤਾਨ ਦੇ ਜਿਹੜੇ ਇਸ ਵੇਲੇ ਬਣੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਜੀ 26 ਸਾਲ ਦਾ ਸੰਘਰਸ਼ ਹੈ ਉਹਨਾਂ ਦਾ। ਉਹ ਕ੍ਰਿਕਟਰ ਰਹੇ ਨੇ ਔਰ ਅਕਸਰ ਉਹਨਾਂ ਦੀ ਮੈਂ ਇੰਟਰਵਿਊ ਇੱਕ ਵੇਖੀ ਸੀ, ਕਿਤੇ ਉਹ ਕਿਸੇ ਪ੍ਰੋਗਰਾਮ ਨੂੰ ਸੰਬੋਧਨ ਕਰ ਰਹੇ ਸੀ ਤੇ ਅੱਗੇ ਬੱਚੇ ਬੈਠੇ ਸੀ ਛੋਟੇ ਛੋਟੇ ਜੀ। ਔਰ ਉਹਨਾਂ ਨੇ ਉਹ ਇੰਟਰਵਿਊ ਵਿੱਚ ਕਿਹਾ ਸੀ ਕਿ ਮੈਨੂੰ ਪਤਾ ਕਿ ਅਜੇ ਮੈਂ ਪੂਰੀ ਤਰ੍ਹਾਂ ਪਾਵਰ 'ਚ ਨਹੀਂ ਆਉਣਾ ਜੀ, ਬਟ ਜਿੱਦਣ ਪਾਵਰ ਇਹਨਾਂ ਦੇ ਕੋਲ ਆ ਗਈ, ਜਿਹੜੇ ਬੱਚੇ ਅੱਗੇ ਬੈਠੇ ਸੀ 12-12, 13-13 ਸਾਲ ਦੇ, ਜਿਹੜੀ ਮੈਂ ਗੱਲ ਕਰ ਰਿਹਾ, ਜਿਸ ਦਿਨ ਪਾਵਰ ਇਹਨਾਂ ਦੇ ਕੋਲ ਆ ਗਈ ਤੇ ਮੈਂ ਪ੍ਰਧਾਨ ਮੰਤਰੀ ਜ਼ਰੂਰ ਬਣਾਂਗਾ। ਔਰ ਅੱਜ ਵੇਖੋ ਕਿੱਡਾ ਵਧੀਆ ਸਫਾਇਆ ਕਰਤਾ ਉਹਨਾਂ ਨੇ, ਉਹ ਡਿਸੀਜਨ ਵੀ ਵਧੀਆ ਲਏ ਜਾ ਰਹੇ ਨੇ। ਸੋ ਇਹ ਵੀ ਜਿਹੜੀ ਸਾਡੀ ਵੀ ਕੌਮ ਆ 22 ਚ ਹੋ ਸਕਦਾ ਕਿਤੇ ਨਾ ਕਿਤੇ ਫਿਰ ਆਪਾਂ ਨਾਕਾਮਯਾਬ ਰਹੀਏ, ਬਟ 27 ਚ 100% ਸਾਡੇ ਐਮਐਲਏ ਨਿਕਲਣਗੇ, ਚਾਹੇ ਮੈਂ ਲੜਾ ਚਾਹੇ ਕੋਈ ਲੜੇ, ਅਸੀਂ ਰਹੀ। ਕਿਉਂਕਿ ਵੇਖੋ ਜ਼ਿੰਦਗੀ ਦਾ ਪਤਾ ਨਹੀਂ ਕਿੰਨੀ ਦੇਰ ਆ, ਬਟ 27 ਚ ਜਿਹੜਾ ਵੀ ਸਾਡਾ ਲੀਡਰ ਹੋਵੇਗਾ ਉਹ ਐਮਐਲਏ ਬਣ ਕੇ ਜ਼ਰੂਰ ਨਿਕਲੇਗਾ। 22 ਦੀ ਰਣਨੀਤੀ ਵਧੀਆ ਬਣਾਵਾਂਗੇ, ਘਰ ਘਰ ਪਹੁੰਚਾਂਗੇ। ਔਰ ਦੂਸਰਾ ਰੀਜਨ ਸਾਡੇ ਦਾਸ ਜੀ, ਜਦ ਤੱਕ ਰੱਬ ਦੇ ਦਾਸ ਕੱਟਰ ਨਹੀਂ ਹੁੰਦੇ, ਇਹ 5 ਸਾਲਾਂ ਨੂੰ 5 ਦਿਨ ਦੇ ਨਾਲ ਜਿਹੜਾ ਜੋੜ ਦਿੰਦੇ ਨੇ, ਐਂਡ ਵਾਲੇ 5 ਦਿਨ ਲੀਡਰਾਂ ਦੀ ਗੱਲਾਂ 'ਚ ਆ ਜਾਂਦੇ ਨੇ। ਜਦ ਤੱਕ ਇਹ ਆਉਣਾ ਨਹੀਂ ਛੱਡਣਗੇ ਉਨੀ ਦੇਰ ਤੱਕ ਭਲਾ ਨਹੀਂ ਹੋ ਸਕਦਾ। ਆ ਜਿਹੜੀ ਇੰਨੀ ਵੋਟ ਨਿਕਲੀ ਹੈ ਨਾ, ਇਹ ਨਵੇਂ ਜਿਹੜੇ ਰੱਬ ਦੇ ਦਾਸ ਹੈ, ਜਿਹੜੇ ਨਵੇਂ ਬਣੇ ਨੇ, ਉਹ ਮੈਦਾਨ 'ਚ ਉਤਰੇ ਨੇ ਸ਼ਰੇਆਮ ਜੀ। ਔਰ ਮੈਨੂੰ ਪਤਾ ਉਹਨਾਂ ਦੇ ਉੱਤੇ ਪ੍ਰੈਸ਼ਰ ਪਿਆ, ਕਈ ਕੁਝ ਹੋਇਆ, ਪਰ ਉਹ ਡਟੇ ਰਹੇ। ਔਰ ਜਿਹੜੇ ਪੁਰਾਣੇ ਨੇ ਸਾਡੇ ਰੱਬ ਦੇ ਦਾਸ, ਪੁਰਾਣੇ ਜਿਹੜੇ ਨਾਮੀ ਨੇ, ਉਹ ਸਾਰਿਆਂ ਨੇ ਕੀ ਕੀਤਾ, ਮਦਦ ਜਿਹੜੀ ਆ ਜਾ ਕੇ ਕਾਂਗਰਸ ਦੀ ਕੀਤੀ। ਹੁਣ ਮੈਂ ਕਹਿਣਾ ਚਾਹਾਂਗਾ, ਜੇ ਤੁਸੀਂ ਕਿਹਾ ਕਿ ਜਿਹੜੇ ਸਾਡੇ ਪਾਸਟਰ ਲੋਕ ਨੇ, ਸੇਵਕ ਲੋਕ ਨੇ, ਉਹਨਾਂ ਨੂੰ ਸਾਡੀ ਸਪੋਰਟ ਲਈ ਅੱਗੇ ਆਉਣਾ ਚਾਹੀਦਾ ਹੈ। ਇੱਕ ਪਾਸੇ ਤਾਂ ਜਿਹੜੇ ਸੇਵਕ ਜਾਂ ਪਾਸਟਰ ਨੇ ਉਹ ਕਹਿ ਰਹੇ ਨੇ ਕਿ ਮੁੱਕ ਜੇ ਦਿਲਾਂ 'ਚੋਂ ਨਫ਼ਰਤ ਸਾਰੀ, ਤੀਰ ਨਾ ਤਨ ਆਂਦੇ ਮੁੱਕਣ। ਕਿੰਨੀ ਚੰਗੀ ਗੱਲ ਹੈ ਭਾਈ ਮਿਲ ਜੁਲ ਕੇ ਵਸੋ। ਇੱਕ ਪਾਸੇ ਅਸੀਂ ਮੁਹੱਬਤ ਦਾ ਪੈਗਾਮ ਦੇ ਰਹੇ ਹਾਂ ਕਿ ਮੁਹੱਬਤ ਨਾਲ ਰਹੀਏ, ਇੱਕ ਪਾਸੇ ਅਸੀਂ ਆਪ ਹੀ ਆਪਣੇ ਜਿਹੜਾ ਇੱਕ ਸਾਡਾ ਆਪਣਾ ਭਾਈਚਾਰੇ ਦਾ ਕੈਂਡੀਡੇਟ ਹੈ, ਉਹ ਇੱਕ ਵੱਡੀ ਇਲੈਕਸ਼ਨ ਲੜ ਰਿਹਾ ਹੈ, ਅਸੀਂ ਆਪ ਉਹਨੂੰ ਹਰਾ ਰਹੇ ਹਾਂ, ਆਪ ਉਹਦੇ ਅੰਗੇਸਟ ਜਾ ਰਹੇ ਹਾਂ। ਜਿਹੜੇ ਸੇਵਕ, ਮੈਂ ਇਹ ਤੁਹਾਡਾ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਇੱਕ ਬੜਾ ਵੱਡਾ ਪ੍ਰੋਗਰਾਮ ਹੋਇਆ ਸੀ, ਮੈਂ ਸ਼ਹਿਰ ਦਾ ਨਾਂ ਨਹੀਂ ਲਵਾਂਗਾ, ਉਸ ਪ੍ਰੋਗਰਾਮ ਦੇ ਵਿੱਚ ਜ਼ਿਆਦਾਤਰ ਜਿਹੜੀ ਗਿਣਤੀ ਸੀ ਉਹ ਸੇਵਕਾਂ ਦੀ ਸੀ।
ਲੇਕਿਨ ਕੁਝ ਦਿਨਾਂ ਦੇ ਬਾਅਦ ਇੱਕ ਮੀਟਿੰਗ ਜਿਹੜੀ ਸੀ ਸੁਨੀਲ ਜਾਖੜ ਜੀ ਦੇ ਨਾਲ ਉਹਨਾਂ ਦੀ ਹੋਈ, ਉਹਦੇ ਵਿੱਚ ਉਹ ਪਾਸਟਰ ਮੈਂ ਵੇਖੇ ਲਾਈਵ ਵੀਡੀਓ ਦੇ ਵਿੱਚ, ਜਿਹੜੇ ਪਾਸਟਰ ਤੁਹਾਡੀਆਂ ਮੋਰਨੀਆਂ ਚੇਅਰਸ ਤੇ ਬੈਠੇ ਸਨ, ਜਿਹੜੀਆਂ ਫਰੰਟ ਚੇਅਰ ਤੇ ਬੈਠੇ ਸਨ, ਫਿਰ ਮੈਨੂੰ ਇੰਜ ਲੱਗਾ ਕਿ ਜਿਵੇਂ ਇਹ ਤੁਹਾਨੂੰ ਧੋਖੇ ਵਿੱਚ ਰੱਖ ਰਹੇ ਨੇ। ਉਸ ਦਿਨ ਮੈਨੂੰ ਮਹਿਸੂਸ ਹੋਇਆ ਕਿ ਤੁਹਾਨੂੰ ਧੋਖੇ 'ਚ ਰੱਖ ਰਹੇ ਨੇ, ਕਿਉਂਕਿ ਇੱਕ ਦਿਨ ਪਹਿਲਾਂ ਇਹ ਪੀਟਰ ਚੀਦਾ ਜੀ ਦੇ ਨਾਲ ਮਿਲ ਕੇ ਗੱਲਾਂ ਕਰ ਰਹੇ ਨੇ ਕਿ ਅਸੀਂ ਪੀਟਰ ਚੀਦਾ ਦੇ ਨਾਲ ਹਾਂ। ਜੇ ਤੁਹਾਨੂੰ ਕੋਈ ਪੀਟਰ ਚੀਦਾ ਦੇ ਪ੍ਰਤੀ ਤੁਹਾਨੂੰ ਕੋਈ ਲੱਗਦੀ ਹੈ ਇਦਾਂ ਦੀ ਗੱਲ ਕਿ ਅਸੀਂ ਪੀਟਰ ਦਾ ਸਾਥ ਨਹੀਂ ਦੇਣਾ, ਫਿਰ ਮੇਰੇ ਹਿਸਾਬ ਨਾਲ ਉਹਦੇ ਨਾਲ ਵੀ ਤੁਹਾਨੂੰ ਖੜੇ ਹੋਣ ਦੀ ਕੋਈ ਜ਼ਰੂਰਤ ਨਹੀਂ ਆ, ਕਿਉਂਕਿ ਜੇਕਰ ਤੁਸੀਂ ਉਹਦੇ ਅੰਗੇਜਡ ਹੋ ਤੇ ਫਿਰ ਉਹਨੂੰ ਇਹ ਚੀਜ਼ ਰਿਅਲਾਈਜ਼ ਕਰੋ ਕਿ ਅਸੀਂ ਤੁਹਾਡੇ ਅੰਗੇਜਡ ਹਾਂ। ਜੇ ਤੁਸੀਂ ਉਹਦੇ ਨਾਲ ਹੋ ਤੇ ਫਿਰ ਇਹ ਵੀ ਚੀਜ਼ ਨੂੰ ਮਹਿਸੂਸ ਕਰੋ ਕਿ ਅਸੀਂ ਤੁਹਾਡੇ ਨਾਲ ਹਾਂ। ਪਰ ਇਹ ਚੀਜ਼, ਇਹ ਫੰਡਾ ਕੀ ਹੈ, ਇਹ ਚੀਜ਼ ਸਮਝ ਮੈਨੂੰ ਤੇ ਨਹੀਂ ਆਈ। ਤੁਹਾਡੀ ਹੋ ਸਕਦਾ ਸਮਝ ਤੁਹਾਨੂੰ, ਤੁਸੀਂ ਇਸ ਦੌਰ 'ਚ ਗੁਜ਼ਰ ਰਹੇ ਹੋ, ਤੁਹਾਨੂੰ ਜ਼ਿਆਦਾ ਸਮਝ ਆ ਗਈ ਹੋਵੇ ਇਹਨਾਂ ਦੀ, ਕਿ ਇੱਕ ਪਾਸੇ ਅਸੀਂ ਕਹਿ ਰਹੇ ਕਿ ਅਸੀਂ ਤੁਹਾਡੇ ਨਾਲ ਆ, ਲੇਕਿਨ 2 ਦਿਨ ਦੇ ਬਾਅਦ ਸਾਡੀ ਥਿਊਰੀ ਜਿਹੜੀ, ਸਾਡਾ ਪਲਾਨ ਜਿਹੜਾ ਹੈ, ਸਾਡੀਆਂ ਸੋਚਾਂ ਨੇ, ਸਾਡੀਆਂ ਵਿਚਾਰ ਜਿਹੜੇ ਨੇ ਉਹ ਬਦਲ ਜਾਂਦੇ ਨੇ ਕਿ ਅਸੀਂ ਇੱਕ ਭਾਈਚਾਰੇ ਦੇ ਬੰਦੇ ਨੂੰ ਹਰਾਉਣ ਦੇ ਲਈ ਉਹਦੇ ਨਾਲ ਖਲੋਤੇ ਹਾਂ ਜਾਂ ਫਿਰ ਜਿਤਾਉਣ ਦੇ ਲਈ ਖਲੋਤੇ ਹਾਂ। ਤੁਸੀਂ ਮਤਲਬ ਪਾਸਟਰ ਲੋਕ ਜਿਹੜੇ ਨੇ, ਜਿਹੜੇ ਜ਼ਿਆਦਾਤਰ ਇਹ ਪ੍ਰਚਾਰ ਕਰ ਰਹੇ ਨੇ ਸਾਨੂੰ ਪਿਆਰ ਨਾਲ ਰਹਿਣਾ ਚਾਹੀਦਾ ਹੈ। ਮੈਂ ਕਿ ਮੇਰੀ ਸੋਚ ਦੇ ਮੁਤਾਬਕ ਸਾਨੂੰ ਇਹ ਮੈਸੇਜ ਦੇਣਾ ਚਾਹੀਦਾ ਹੈ ਕਿ ਜਿੱਥੇ ਤੁਸੀਂ ਜੁੜੇ ਹੋ ਉੱਥੇ ਜੁੜੇ ਰਹੋ, ਪਰ ਕਿਸੇ ਨੂੰ ਕਦੀ ਗਲਤ ਗਾਈਡ ਨਾ ਕਰੋ, ਕਿਉਂਕਿ ਗਲਤ ਗਾਈਡ ਕਰਨ ਦੇ ਨਾਲ ਇੱਕ ਇਨਸਾਨ ਦੀ ਜ਼ਿੰਦਗੀ 'ਚ ਬੜੀਆਂ ਮੁਸ਼ਕਲਾਂ ਪੈਦਾ ਹੁੰਦੀਆਂ ਨੇ। ਹੁਣ ਜਿਵੇਂ ਤੁਸੀਂ ਮੁਸ਼ਕਲ ਦੇ ਦੌਰ 'ਚ ਗੁਜ਼ਰ ਰਹੇ ਹੋ, ਇਲੈਕਸ਼ਨ ਆ ਰਹੀ ਆ, ਬਿਜ਼ਨਸ ਡਾਵਾਂਡੋਲ ਹੋਇਆ, ਪਰਿਵਾਰਕ ਦੀਆਂ ਜ਼ਿੰਮੇਵਾਰੀਆਂ ਤੋਂ ਇੱਧਰ ਉੱਧਰ ਹੋਏ ਹੋ। ਇਸ ਵਕਤ ਤੁਸੀਂ ਉਹਨਾਂ ਸਾਰੀਆਂ ਜ਼ਿੰਮੇਵਾਰੀਆਂ ਨੂੰ, ਪਰਿਵਾਰਕ ਦੀਆਂ ਜ਼ਿੰਮੇਵਾਰੀਆਂ ਨੂੰ, ਬਿਜ਼ਨਸ ਜ਼ਿੰਮੇਵਾਰੀਆਂ ਨੂੰ, ਆਪਣੀ ਪਾਰਟੀ ਦੀ ਜ਼ਿੰਮੇਵਾਰੀਆਂ ਨੂੰ ਨਿਭਾ ਰਹੇ ਹੋ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਪਾਸਟਰ ਲੋਕਾਂ ਦਾ ਜਿੱਤ ਦੇ ਵਿੱਚ, 2022 ਦੀ ਜਿੱਤ 'ਚ ਜਾਂ 2027 ਦੀ ਜਿੱਤ ਵਿੱਚ ਇਕੱਲਾ ਪਾਸਟਰ ਲੋਕਾਂ ਦਾ ਸਹਿਯੋਗ ਹੋਏਗਾ ਜਾਂ ਦੂਸਰੇ ਲੋਕਾਂ ਦਾ ਵੀ ਸਹਿਯੋਗ ਹੋਏਗਾ? ਵੇਖੋ, ਮੈਂ ਸ਼ਮੀ ਜੀ ਜਿਹੜੀ ਤੁਸੀਂ ਗੱਲ ਕੀਤੀ ਮੈਂ ਤੁਹਾਨੂੰ ਪਹਿਲੇ ਹੀ ਕਲੀਅਰ ਕਰ ਦਿੱਤਾ ਜੀ। ਪਹਿਲੇ ਮੈਂ ਤੁਹਾਡਾ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਵੀ ਜਿਹੜਾ ਪ੍ਰੋਗਰਾਮ ਹੋਇਆ ਸੀ ਜੀ, ਉਹ ਪ੍ਰੋਗਰਾਮ ਦੇ ਵਿੱਚ ਜਿਹਦੇ ਪਾਸਟਰ 2 ਦਿਨ ਬਾਅਦ ਜਾਖੜ ਸਾਹਿਬ ਦੀ ਮੀਟਿੰਗ 'ਚ ਸੀਗੇ ਜੀ, ਔਰ ਫਿਰ ਉਹ ਸਵਾਲ ਆ ਜਾਂਦਾ ਕਿ ਕੋਈ ਵੀ ਯੰਗ ਪਾਸਟਰ ਨਹੀਂ ਸੀਗਾ ਜੀ। ਜਦੋਂ ਜਾਖੜ ਸਾਹਿਬ ਦੀ ਮੀਟਿੰਗ ਦੇ ਵਿੱਚ ਸਾਰੇ ਪੁਰਾਣੇ ਤੇ ਸਾਡੇ ਮਾਣਯੋਗ ਜਿਹੜੇ ਸੀਨੀਅਰ ਪਾਸਟਰ ਉਹ ਸੀਗੇ ਜੀ, ਯੰਗ ਪਾਸਟਰ ਜਿਹਦੇ ਸੀਗੇ ਉਹ ਜਦੋਂ ਤੁਰ ਪਏ ਸੀਗੇ ਔਰ ਮੇਰੇ ਲਈ ਉਹਨਾਂ ਨੇ ਰਾਤ ਦਿਨ ਇੱਕ ਕੀਤੀ ਜੀ। ਆਦਤ ਦੇ ਯੋਗ ਨੇ, ਇਹ ਵੀ ਸੀਨੀਅਰ ਨੇ, ਆਦਤ ਦੇ ਯੋਗ ਨੇ, ਬਟ ਉਹ ਬੜਾ ਵੱਡਾ ਜਿਹੜਾ ਸਾਡਾ ਨੈਗੇਟਿਵ ਪੁਆਇੰਟ ਰਿਹਾ ਜੀ, ਕਿਉਂਕਿ ਲੋਕ ਇਹ ਚੀਜ਼ ਨੂੰ ਵੇਖਦੇ ਸੀਗੇ। ਬੰਦੇ, ਤੁਸੀਂ ਵੀ ਮਹਿਸੂਸ ਕੀਤਾ ਜੀ, ਤੁਹਾਡੇ ਅੱਗੇ ਕਈ ਹੋਰ ਲੋਕਾਂ ਨੇ ਮਹਿਸੂਸ ਕੀਤਾ ਹੋਣਾ ਕਿ ਯਾਰ ਇਹ ਕਿਸੇ ਘੜੇ ਦੇ ਢੱਕਣ ਨੇ ਜੀ, ਇਹ ਇੱਧਰ ਜਾਂਦੇ ਉੱਧਰ ਜਾਂਦੇ। ਇਹ ਚੀਜ਼ ਦਾ ਆਪਾਂ ਨੂੰ ਬਹੁਤ ਜ਼ਿਆਦਾ ਇਫੈਕਟ ਪਿਆ। ਔਰ ਦੂਸਰਾ ਇੱਕ ਇਫੈਕਟ ਸੀਗਾ ਕਿ ਜਿਹੜੇ ਪੁਰਾਣੇ ਸਾਡੇ ਸੀਨੀਅਰ ਪਾਸਟਰ ਸੀਗੇ, ਇਹਨਾਂ ਦੇ ਵਿੱਚ ਇੱਕ ਪ੍ਰਚਾਰ ਕਾਂਗਰਸ ਨੇ ਇਹ ਕੀਤਾ ਜੀ, ਜੇ ਪੀਟਰ ਨੂੰ ਵੋਟ ਪੈਂਦੀ ਹੈ ਤੇ ਇੰਨੇ ਕੁ ਮਤਲਬ ਇਹਨਾਂ ਨੇ, ਫਿਰ ਮੈਂ ਕਹਿ ਸਕਦਾ ਤੁਹਾਨੂੰ ਕਿ ਸਮਝ ਦੀ ਘਾਟ ਆ ਜੀ, ਇਹ ਕਹਿ ਦਿੱਤਾ ਜੀ ਮੋਦੀ ਜਿੱਤ ਜਾਣਾ, ਮੋਦੀ ਜਿੱਤ ਜਾਣਾ। ਹੁਣ ਇੱਕ ਸੀਟ ਦੇ ਨਾਲ, ਗੁਰਦਾਸਪੁਰ ਦੇ ਨਾਲ, ਮੋਦੀ ਨੂੰ ਕੀ ਫਰਕ ਪੈਣਾ ਸੀ? ਜੇ ਆਪਾਂ ਸੀਟ ਗੁਰਦਾਸਪੁਰ ਦੀ ਕੱਢਦੇ ਔਰ ਇਹ ਸਾਰਾ ਭਾਈਚਾਰਾ ਵੱਧ ਜਾਂਦਾ। ਸਾਰਿਆਂ ਦੇ ਦਿਮਾਗ 'ਚ ਇੱਕ ਗੱਲ ਪਾਤੀ, ਕਈ ਤਾਂ ਲੋਕ ਇਹ ਕਈਆਂ ਨੂੰ ਤੇ ਇਹ ਕਹਿਤਾ ਕਿ ਜੇ ਵੋਟ ਜਿਹੜੀ ਪੀਟਰ ਨੂੰ ਪੈਣੀ ਉਹ ਸਿੱਧੀ ਬੀਜੇਪੀ ਨੂੰ ਜਾਣੀ। ਇੰਨੀ ਮਤਲਬ ਅਨਪੜ੍ਹਤਾ ਤੇ ਇੰਨੀ ਗੁੰਮਰਾਹ ਕੀਤਾ ਇਹਨਾਂ ਨੇ ਸਾਨੂੰ। ਕਈਆਂ ਨੇ ਮੈਨੂੰ ਬਾਅਦ 'ਚ ਕਿਹਾ ਯਾਰ ਅਸੀਂ ਵੋਟ ਤੈਨੂੰ ਪਾਉਣੀ, ਸਾਨੂੰ ਪਤਾ ਨਹੀਂ ਮੋਦੀ ਫੇਰ ਆ ਜਾਣਾ, ਅਸੀਂ ਤਾਂ ਨਹੀਂ ਪਾਈ, ਸਾਨੂੰ ਕੋਈ ਕਹਿੰਦਾ ਵੋਟ ਉਹਨੂੰ ਚੱਲ ਜਾਣੀ ਬੀਜੇਪੀ ਨੂੰ। ਵੀ ਕੋਈ ਇੱਕ ਅਨਪੜ੍ਹਤਾ, ਇੱਕ ਸਿਆਸੀ ਰਾਜਨੀਤਿਕ ਨੌਲੇਜ ਨਾ ਹੋਣਾ। ਜੇ ਇਹ ਪ੍ਰਚਾਰ ਇਹ ਕਰਦੇ ਕਿ ਠੀਕ ਹੈ ਮੋਦੀ ਸਰਕਾਰ ਆ ਜਾਂਦੀ, ਅੱਜ ਕੀ ਕਰ ਲੋਗੇ? ਮੋਦੀ ਦਾ 5 ਸਾਲ ਬੈਠਾ ਸਿਰ ਤੇ, ਕੁਝ ਨਹੀਂ ਕਰ ਸਕਦੇ। ਜੇ ਤੁਸੀਂ ਜਿਹੜਾ ਗੁਰਦਾਸਪੁਰ ਚੋਂ ਮੈਨੂੰ ਜਿਤਾ ਕੇ ਭੇਜਿਆ ਹੁੰਦਾ ਜੀ, ਤੇ ਅੱਜ ਹੋ ਸਕਦਾ ਜਿਹੜੀਆਂ ਹੁਣੇ ਕਿਤੇ ਧੱਕੇ ਨਾਲ ਕਹਿਣ ਦੇ ਦੀ ਆਹ ਬੋਲੋ ਜੇ ਬੋਲੋ, ਮਤਲਬ ਮੁਸਲਮਾਨ ਭਾਈਚਾਰੇ ਤੇ ਸਾਡੇ ਕ੍ਰਿਸਚਨ ਭਾਈਚਾਰੇ ਦੇ ਸਿੱਧੇ ਅਟੈਕ ਹੋ ਰਹੇ ਨੇ। ਜੇ ਕਿਤੇ ਮੈਨੂੰ ਪਾਵਰ ਦੇ ਕੇ ਉੱਤੇ ਭੇਜ ਦੇ ਤੇ ਮੈਂ ਡਟ ਕੇ ਬੋਲਣ ਵਾਲਾ ਤੇ ਹੁੰਦਾ ਵੀ ਤੁਹਾਡਾ ਇਹ ਪ੍ਰਚਾਰ ਗਲਤ ਆ। ਅੱਜ ਸਾਡਾ ਇੱਕ MP ਆ ਭਗਵੰਤ ਸਿੰਘ ਮਾਨ, ਕੱਲਾ ਨਹੀਂ ਟਿਕਣ ਦੇ ਰਿਹਾ ਇਹਨਾਂ ਨੂੰ। ਅੱਜ ਕੋਈ ਅਕਾਲੀ ਆ, ਕੋਈ ਕਾਂਗਰਸੀ ਆ, ਪੰਜਾਬ ਦੇ ਵਿੱਚੋਂ ਉਹ ਸਾਰੇ ਸਲੂਟ ਕਰ ਰਹੇ ਨੇ ਕਿ ਵਾਕਈ ਯਾਰ ਬੰਦੇ ਦੀ ਰਾਜਨੀਤੀ ਆ, ਕਿਉਂਕਿ ਉਹਨੂੰ ਲੋਕਾਂ ਨੇ ਜਿਤਾ ਕੇ ਭੇਜਿਆ। ਵੇਖੋ 500 ਸਾਲਾ ਆ ਹੁਣੇ ਲੰਘ ਕੇ ਗਿਆ, ਵਾਹ ਬੰਦਾ ਜਿਹਨੇ ਸੈਂਟਰ ਤੇ ਜਾ ਕੇ ਕੰਨ ਖੋਲੇ ਕਿ 500 ਸਾਲਾ ਸਾਡਾ ਧਾਰਮਿਕ ਇਤਿਹਾਸ ਆ, ਇਹਦੇ ਲਈ ਫੰਡਿੰਗ ਕਰੋ, ਤੁਸੀਂ ਆਉਣਾ ਵੇਖਣ ਆਉਣਾ, ਇਹਦਾ ਕੀ ਮਤਲਬ ਹੈ? ਪਤਾ ਨਹੀਂ ਸੈਂਟਰ ਨੇ ਫੰਡਿੰਗ ਕੀਤੀ ਕਿ ਨਹੀਂ ਕੀਤੀ, ਮੈਨੂੰ ਇਹਦੀ ਨੌਲੇਜ ਨਹੀਂ ਆ। ਬਟ ਵੇਖੋ ਇੱਕ ਬੰਦੇ ਨੂੰ ਜੇ ਪਾਵਰ ਦਿੱਤੀ ਤੇ ਤੁਹਾਡੇ ਹੱਕ 'ਚ ਜਾ ਕੇ ਬੋਲਿਆ। ਜੇ ਦੂਸਰੇ ਸਿੱਖ ਭਾਈਚਾਰੇ ਨੇ ਜਾਂ ਦੂਸਰੇ ਲੋਕਾਂ ਨੇ ਉਹਨਾਂ ਨੂੰ ਪਾਵਰ ਦਿੱਤੀ, ਪੰਜਾਬ ਦੇ ਇਤਿਹਾਸ ਨੂੰ ਉਹ ਹਰ ਵਾਰ ਮੈਂਬਰ ਪਾਰਲੀਮੈਂਟ ਦੇ ਵਿੱਚ ਚੱਕਦੇ ਨੇ। ਹੁਣ ਇਹੋ ਪਾਵਰ ਸਾਨੂੰ ਮਿਲੀ ਹੁੰਦੀ ਤੇ ਆਪਾਂ ਵੀ ਕਿਤੇ ਨਾ ਕਿਤੇ ਜਾ ਕੇ ਗੱਲ ਕਰਦੇ। ਹੁਣ ਆਪਾਂ ਤੇ ਧਰਨੇ ਹੀ ਲਾ ਸਕਦੇ ਆ, ਉਹ ਜਦੋਂ ਕਿਤੇ ਜ਼ਿਆਦਾ ਭੀੜ ਆ ਜਾਏ ਕਿਤੇ ਡੰਗਾ ਵੀ ਖਾ ਲਾਂਗੇ। ਨਾਲ ਪਾਵਰ ਇਹਨਾਂ ਨੇ ਆਪ ਹੀ ਨਹੀਂ ਦਿੱਤੀ।
ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਜੀ ਬੀਜੇਪੀ ਇਹਨਾਂ ਦੀ ਇਹੋ ਚੀਜ਼ ਨਿਕਲਣੀ ਚਾਹੀਦੀ ਕਿ ਸਰਕਾਰ ਜਿਹੜੀ ਮਰਜ਼ੀ ਆ ਜਾਏ ਸਾਡਾ ਭਰਾ ਇੱਕ ਲੋਕ ਸਭਾ 'ਚ ਬੋਲਣ ਵਾਲਾ ਚਾਹੀਦਾ। ਜਦੋਂ ਇਹ ਚੀਜ਼ ਆ ਜਾਏਗੀ ਨਾ ਫਿਰ ਆਪਾਂ ਜ਼ਰੂਰ ਜਿੱਤਾਂਗੇ। ਅਜੇ ਕਹਿੰਦੇ ਸਰਕਾਰਾਂ ਇਹਦੀ ਸਰਕਾਰ ਆਏ ਉਹਦੀ ਆਏ ਉਹ ਨਹੀਂ ਕਰ ਪਾਉਂਦੇ। ਜਦੋਂ ਇਹ ਸੋਚਣਗੇ ਨਾ ਸਰਕਾਰ ਜਿਹੜੀ ਮਰਜ਼ੀ ਆ ਜਾਏ ਸਾਡਾ ਭਰਾ ਇੱਕ ਸਾਡੀ ਆਵਾਜ਼ ਚੁੱਕਣ ਲਈ ਵਿਧਾਨ ਸਭਾ ਜਾਂ ਲੋਕ ਸਭਾ 'ਚ ਚਾਹੀਦਾ, ਉਸ ਦਿਨ ਸਾਡਾ ਆਪਣੇ ਆਪ ਰਾਜਨੀਤਿਕ ਜਿਹੜਾ ਫਿਊਚਰ ਬਣ ਜਾਣਾ। ਬਹੁਤ ਅੱਛੀਆਂ ਤੁਸੀਂ ਗੱਲਾਂ ਕੀਤੀਆਂ ਕਿ ਸਾਡੀ ਕੌਮ ਦੇ ਵਿੱਚੋਂ ਇੱਕ ਐਸਾ ਹੀਰਾ ਨਿਕਲਣਾ ਚਾਹੀਦਾ ਹੈ ਜਿਹੜਾ ਮਸੀਹਾਂ ਦੀ ਆਵਾਜ਼ ਨੂੰ ਬੁਲੰਦ ਕਰੇ। ਸੋ ਅਜ਼ੀਜ਼ੋ, ਅੱਜ ਅਸੀਂ ਬੜੀਆਂ ਗੱਲਾਂ ਜਿਹੜੀਆਂ ਪੀਟਰ ਚੀਦਾ ਜੀ ਦੇ ਨਾਲ ਰਲ ਕੇ ਕੀਤੀਆਂ ਨੇ। ਪੀਟਰ ਚੀਦਾ ਜੀ ਉਹਨਾਂ ਦੇ ਮਨ ਦੀਆਂ ਗੱਲਾਂ ਨੂੰ ਤੁਹਾਡੇ ਤੱਕ ਪਹੁੰਚਾਇਆ ਹੈ। ਸੋ ਪੀਟਰ ਚੀਦਾ ਜੀ ਪ੍ਰੋਗਰਾਮ ਮੇਰੀਆਂ ਗੱਲਾਂ ਮੇਰੇ ਗੀਤ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਤੁਸੀਂ ਆਪਣਾ ਕੀਮਤੀ ਵਕਤ ਸਾਡੇ ਲਈ ਕੱਢਿਆ। ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਉਮੀਦ ਕਰਦੇ ਹਾਂ ਕਿ ਜਿਹੜਾ 2022 ਦਾ ਸਫ਼ਰ ਹੈ, ਕਿਉਂਕਿ ਕਾਮਯਾਬੀ ਖੁਦਾ ਦੇ ਕੋਲ ਹੈ, ਖੁਦਾ ਤੁਹਾਨੂੰ ਕਾਮਯਾਬ ਕਰੇ ਕਿਉਂਕਿ ਖੁਦਾ ਲੋਕਾਂ ਦੇ ਮਨ ਬਦਲ ਦਿੰਦਾ ਹੈ। ਕਲਾਮ 'ਚ ਲਿਖਿਆ ਉਹ ਹੱਥਾਂ ਦੀਆਂ ਲਕੀਰਾਂ ਬਦਲ ਦਿੰਦਾ ਹੈ, ਲੇਕਿਨ ਉਸੇ ਖੁਦਾਵੰਦ ਨੇ ਲੋਕਾਂ ਦੇ ਮਨਾਂ ਨੂੰ ਵਿਚਾਰਾਂ ਨੂੰ ਤਬਦੀਲ ਕਰਨਾ ਹੀ ਚਾਹੁੰਦੇ ਹਾਂ ਕਿ 2022 ਦੀ ਇਲੈਕਸ਼ਨ ਤੁਸੀਂ ਜਿੱਤੋ ਤਾਂ ਕਿ ਮਸੀਹ ਦਾ, ਮਸੀਹ ਭਾਈਚਾਰੇ ਦਾ, ਗੁਰਦਾਸਪੁਰ ਦਾ ਔਰ ਪੂਰੀ ਦੁਨੀਆ ਵਿੱਚ ਵਸਦੇ ਮਸੀਹ ਲੋਕਾਂ ਦਾ ਸਿਰ ਉੱਚਾ ਹੋਵੇ। ਇੱਕ ਸ਼ਾਇਰ ਨੇ ਲਿਖਿਆ ਕਿ ਬੇਹਿੰਮਤੇ ਨੇ ਲੋਕੀ ਜਿਹੜੇ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਹੀ ਜਾਂਦੇ ਪਾੜ ਕੇ ਸੀਨਾ ਪੱਥਰਾਂ ਦਾ। ਸੋ ਸਾਡੀ ਉਮੀਦ ਹੈ, ਸਾਡੀ ਇੱਕ ਆਸ਼ਾ ਹੈ, ਇੱਕ ਹੋਪ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੀਟਰ ਚੀਦਾ ਪੂਰੇ ਈਸਾਈ ਭਾਈਚਾਰੇ ਦਾ, ਪੰਜਾਬ ਦਾ ਔਰ ਮਸੀਹ ਦਾ ਨਾਮ ਰੋਸ਼ਨ ਕਰੇਗਾ। ਮੇਰੀਆਂ ਗੱਲਾਂ ਮੇਰੇ ਗੀਤ ਵੇਖ ਰਹੇ ਸਾਰੇ ਮਸੀਹ ਭੈਣ ਭਰਾਵਾਂ ਨੂੰ ਬਹੁਤ ਬਹੁਤ ਸਲਾਮ। ਖੁਦਾਵੰਦ ਤੁਹਾਨੂੰ ਬੜੀ ਬਰਕਤ ਦੇ। ਥੈਂਕ ਯੂ ਵੈਰੀ ਮਚ।